स्वागत है। आ नज़र मारते हैं अज दियां खास खबरां ते थाणा चोला साहब दे अधीन पैंदे पिंड घड़का विखे दरिया ब्यास विच नहाउणगे दो 18 साला नौजवान की डुੱਬਣ कारण मौत हो गई। पिंड वासियों वालों लोगों के सहयोग नाल दोनों नौजवानों दी लाशां नूं दरिया ब्यास विचों कढ लिया। डुੱਬਣ वाले दोवें नौजवान पट्टी एरिए के पिंड तगाणा दे रहण वाले सन। मेरा नाम सरदार संतोष सिंह, पिंड घड़का, जगीरदार फैमिली ਨੂੰ ਬਿਲੋਂਗ ਕਰਦਾ। ਇਹ ਬਹੁਤ ਜ਼ਿਆਦੀਆਂ ਸਾਡੇ ਪਿੰਡ ਇਸ ਤਰ੍ਹਾਂ ਘਟਨਾ ਹੋ ਜਾਂਦੀਆਂ। ਇਹ ਵੀ ਮੁੰਡੇ ਇਹਦੇ ਪੱਖੋਪੁਰ ਕੰਬਾਈਨ ਸੀ ਜਿਹਦੇ ਨਾਲ ਕੰਮ ਕਰਦੇ। ਚਲੋ ਸਾਰੇ ਅਸੀਂ ਵੀ ਜਿੰਨੇ ਵੀ ਸਾਰੇ ਹੁੰਨੇ ਆ ਵੀ ਚਲੋ ਸੀਜ਼ਨ ਆਪਦਾ ਲਾ ਕੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਕੋਈ ਜਾਂਦਾ। ਇਸੇ ਤਰ੍ਹਾਂ ਸ੍ਰੀ ਸੁਲਤਾਨਪੁਰ ਸਾਹਿਬ ਇਹ ਜਾਂਦਾ ਹੈ। ਰਸਤੇ ਜਾਣਾ ਦੇਖਿਆ ਯਾਰ ਰੇਤਾ ਪਈ ਇੱਥੇ, ਮੁੰਡਿਆਂ ਦਾ ਖੇਡਣ ਦਾ ਪ੍ਰੋਗਰਾਮ ਬਣ ਗਿਆ। ਇੱਥੇ ਉਤਰ ਕੇ ਖੇਡਣ ਲੱਗ ਪਏ। ਜਿਸ ਤਰ੍ਹਾਂ ਪਿੰਡ ਵਾਲਿਆਂ ਨੂੰ ਸੁਣਿਆ, ਖੇਡਦੇ ਖੇਡਦੇ ਉਹ ਦਰਿਆ ਇੱਧਰਲੇ ਬੰਨੇ ਟੋਭਾ, ਕਈ ਵਾਰ ਇੱਥੇ ਪਾਣੀ ਛੋਟਾ ਹੋ ਜਾਂਦਾ ਦਰਿਆ ਦਾ ਵਹਿਣ ਵਾਕੇ, ਕਈ ਵਾਰ ਡੂੰਘਾ ਹੋ ਜਾਂਦਾ। ਅਤੇ ਇੱਥੇ ਪਹਿਲਾਂ ਅਸੀਂ ਰੇਤਾ ਕੱਢਦੇ ਰਹਿੰਦੇ ਹਾਂ, ਉਦੋਂ ਦੇ ਪਾਣੀ ਇੱਥੇ ਡੂੰਘਾ ਹੁੰਦਾ ਹੀ ਨਹੀਂ। ਜਿਸ ਤਰ੍ਹਾਂ ਆ ਇੱਥੇ ਹੁਣ ਜਿੱਥੇ ਆ ਡਰਮ ਤੁਸੀਂ ਦੇਖ ਰਹੇ ਹੋ, ਇੱਥੇ ਬਹੁਤ ਜ਼ਿਆਦਾ ਪਾਣੀ ਡੂੰਘਾ ਹੁੰਦਾ ਹੈ ਪਹਿਲਾਂ। ਅਤੇ ਹੁਣ ਵੇਖ ਲਓ ਇੱਥੇ ਬਰੇਤਾ ਬਣ ਗਿਆ, ਪਰਲੇ ਬੰਨੇ ਬਹੁਤ ਜ਼ਿਆਦਾ ਪਾਣੀ ਡੂੰਘਾ। ਅਤੇ ਇਹ ਇਸ ਤਰ੍ਹਾਂ ਖੇਡਦੇ ਖੇਡਦੇ ਸੁਣਿਆ ਵੀ ਦਰਿਆ ਦੇ ਵਿੱਚ ਇਹਨਾਂ ਇੱਕ ਦੂਜੇ ਛਾਲਾਂ ਮਾਰ ਲਈਆਂ ਵੀ ਇਹ ਛੱਪੜ ਹੀ ਆ, ਛੋਟਾ ਹੀ ਆ, ਪਰ ਪਾਣੀ ਡੂੰਘਾ ਹੋਣ ਕਰਕੇ ਇਹ ਇਹਨਾਂ ਦੀ ਜਿਹੜੀ ਇੱਥੇ ਵਿਚਾਰੇ ਡੁੱਬ ਗਿਆ। ਸਾਡੇ ਜੋ ਮੁਸਲਮਾਨ ਭਰਾ ਸਾਡੇ ਨਗਰ ਦੇ ਜਿਹੜੇ ਗੋਤਾਖੋਰ ਆ, ਜਦੋਂ ਰੌਲਾ ਪਿਆ ਪਿੰਡ ਦੇ ਵਿੱਚ, ਸਾਰਾ ਪਿੰਡ ਇੱਥੇ ਆਇਆ। ਗੁਰਮੇਲ ਸਿੰਘ ਜੀ। ਤੇ ਭਾਜੀ ਕੀ ਜਿਹੜੀ ਅੱਜ ਵਾਰਦਾਤ ਹੋਈ, ਤੁਸੀਂ ਇੱਥੇ ਮੌਕੇ ਤੇ ਮੌਜੂਦ ਸੀ ਜੀ? ਹਾਂਜੀ ਨਾਲ ਹੀ ਸੀਗੀ ਭਾਜੀ, ਰੋਟੀ ਖਾ ਕੇ ਘਰੋਂ ਤੁਰੇ ਸੀ ਤੇ ਪਹਿਲਾਂ ਪੈਲੀ ਵਾਹੁੰਦੇ ਰਹੇ ਜੀ ਘਰੇ। ਪੈਲੀ ਵਾਹ ਕੇ ਮੁੜ ਕੇ ਮੁੰਡਾ ਕਹਿੰਦਾ ਤੁਹਾਨੂੰ ਪੁਲ ਦਿਖਾ ਲਿਆਵਾਂ। ਹਾਂਜੀ ਪੁਲ ਵੇਖਣ ਆਏ ਤੇ ਇਹ ਇੱਕ ਦੂਜੇ ਤੇ ਰੇਤਾ ਜੀ ਪਾਉਣ ਲੱਗ ਗਏ ਜੀ, ਇੱਕ ਦੂਜੇ ਖੇਡਦੇ ਖੇਡਦੇ ਉਹ ਮੁੜ ਕੇ ਨਹਾਉਣ ਲੱਗ ਗਏ ਜੀ ਦੋਵੇਂ ਜਾਣੇ। ਅੱਛਾ ਜੀ। ਹਾਂਜੀ ਨਹਾਉਂਦੇ ਨਹਾਉਂਦੇ ਫਿਰ ਉਹ ਡੂੰਘਾ ਸੀ ਥਾਂ ਤੇ ਥੱਲੇ ਚਲੇ ਗਏ। ਤੇ ਤੁਹਾਨੂੰ ਪਤਾ ਲੱਗ ਗਿਆ ਮੌਕੇ ਤੇ? ਹਾਂਜੀ ਸੀ ਉਹ ਇੱਕ ਮੁੰਡਾ ਹੋਰ ਸੀਗਾ ਜੀ ਇੱਥੋਂ ਦਾ ਪਿੰਡ ਦਾ। ਹਾਂਜੀ ਇੱਥੇ ਸੀਗੇ ਤੇ ਉਹਨੂੰ ਆਵਾਜ਼ ਮਾਰੀ ਸੀ, ਉਹ ਮੁੜ ਕੇ ਸਾਡੇ ਵੜਦੇ ਫਿਰ ਥੱਲੇ ਚਲੇ ਗਏ, ਡੂੰਘਾ ਵਾਲਾ ਸੀ ਤਾਂ। ਤੇ ਫਿਰ ਕਿਸ ਤਰ੍ਹਾਂ ਕੱਢਿਆ ਨਹੀਂ ਡੈੱਡ ਬੋਡੀਆਂ ਨੂੰ? ਇਹਨਾਂ ਨੂੰ ਪਿੰਡ ਵਾਲੇ ਨੇ ਕੱਢਿਆ ਜੀ, ਇਹਨਾਂ ਨੇ ਜਾਲ ਸੁੱਟ ਕੇ। ਠੀਕ ਹੈ ਜੀ। ਹਾਂਜੀ ਜਾਲ। ਤੇ ਕਿਹੜਾ ਪਿੰਡ ਆ ਜੀ ਇਹਨਾਂ ਦਾ? ਇਹਨਾਂ ਦਾ ਪਿੰਡ ਤਗਾਣਾ ਜੀ। ਕੀ ਨਾਂ ਇਹਨਾਂ ਦਾ ਜੀ? ਨਾਂ ਤਾਂ ਹਰਮਨ ਹੈ ਜੀ, ਇੱਕ ਮੁੰਡੇ ਦਾ, ਦੂਜੇ ਦਾ ਨਹੀਂ ਮੈਨੂੰ ਪਤਾ, ਉਹ ਸੁੱਖ ਨੂੰ ਪਤਾ ਜੀ। ਅੱਛਾ। ਤੇ ਇਹ ਵਿਆਹੇ ਜੀ ਇਹ ਪੱਖੋਪੁਰ ਦੀ ਕੰਬਾਈਨ ਸੀ ਤੇ ਉੱਥੇ ਬੰਦੇ ਲੇਬਰ ਦਾ ਕੰਮ ਕਰਦੇ ਸੀ ਨਾਲ, ਤੇ ਇਹ ਲੇਬਰ ਦਾ ਕੰਮ ਕਰਦੇ ਮੁੜ ਕੇ ਇੱਧਰ ਸੁਲਤਾਨਪੁਰ ਨੂੰ ਕਿਤੇ ਕੱਲ ਮਸ਼ੀਨ ਵਿਹਲੇ ਹੋਏ ਆ ਮਸ਼ੀਨ ਤੋਂ, ਤੇ ਇੱਧਰ ਸੁਲਤਾਨਪੁਰ ਨੂੰ ਚੱਲੇ ਸੀ। ਤੇ ਸੁਲਤਾਨਪੁਰ ਨੂੰ ਜਾਂਦਿਆਂ ਜਾਂਦਿਆਂ ਕਿਤੇ ਇੱਥੋਂ ਲੰਘਣ ਸੀ ਘੜਕੇ ਪੁਲ ਦੇ ਉੱਤੋਂ ਸਾਡੇ ਪਿੰਡੋਂ। ਇਹ ਜਾਂਦਿਆਂ ਜਾਂਦਿਆਂ ਕਿਤੇ ਇਹਨਾਂ ਦਾ ਨਹਾਉਣ ਨੂੰ ਜੀ ਕਰ ਪਿਆ, ਤੇ ਇਹ ਨਹਾਉਂਦੇ ਨਹਾਉਂਦੇ ਥੋੜ੍ਹਾ ਜਿਹਾ ਕਿੱਲਾ ਕੁ ਰੇਤ ਨਾਲ ਖੇਡਦੇ ਖੇਡਦੇ ਕਿੱਲਾ ਕੁ ਥੱਲੇ ਆਣ ਕੇ ਤੇ ਉੱਥੇ ਇਹਨਾਂ ਦੇ ਕਿਤੇ ਆਂਦੇ ਡੁੱਬ ਗਏ ਆ। ਫਿਰ ਜਦੋਂ ਇਹਨਾਂ ਦੇ ਨਾਲ ਇੱਕ ਮੁੰਡੇ, ਇਹਨਾਂ ਦਾ ਚਾਚਾ ਜੀ ਆ ਪਿੰਡੋਂ, ਕਹਿੰਦੇ ਤੇ ਚਾਚਾ ਜੀ ਆ ਪਰ ਸਾਨੂੰ ਪੱਕਾ ਨਹੀਂ ਪਤਾ, ਤੇ ਉਹਨੇ ਜਦੋਂ ਰੌਲਾ ਪਾਇਆ ਤੇ ਸਾਡੇ ਪਿੰਡ ਸਾਰਾ ਚਲੋ ਇਕੱਠਾ ਹੋ ਗਿਆ ਜੀ। ਤੇ ਸਾਡੇ ਪਿੰਡ ਦੇ ਜਿਹੜੇ ਮੁੰਡੇ ਗੋਤਾਖੋਰ ਆ, ਕੀਪਾ ਵੀਰ ਆ, ਜਿੰਨੇ ਵੀ ਸਾਡੇ ਪਿੰਡ ਦੇ ਆ ਜੋ ਸਮਾਜ ਸੇਵੀ ਬੰਦਿਆਂ ਨੂੰ ਕੱਢਦੇ ਆ ਜੀ, ਉਹਨਾਂ ਆਣ ਕੇ ਜੀ ਕੱਢੇ ਆ। ਬਾਕੀ ਅਸੀਂ ਪਤਾ ਲੱਗਾ ਵੀ ਕਿਹੜੇ ਪਿੰਡ ਦੇ ਆ ਜੀ? ਇਹ ਜੀ ਪੱਟੀ ਏਰੀਏ ਤੇ ਆ, ਪੱਕਾ ਨਹੀਂ ਪਤਾ ਸਾਨੂੰ। ਤਗਾਣਾ ਪਿੰਡ ਵਾ, ਉੱਥੋਂ ਦੇ ਆ ਜੀ। ਠੀਕ ਹੈ। ਅਸੀਂ ਤੇ ਘਟਨਾ ਵਾਲੀ ਜਗ੍ਹਾ ਤੋਂ ਬਾਅਦ ਚ ਆਏ ਆ, ਪਰ ਅਸੀਂ ਸੁਣਿਆ ਵੀ ਇਸ ਤਰੀਕੇ ਨਾਲ ਡੁੱਬੇ ਆ, ਪਰ ਅਸੀਂ ਮਗਰੋਂ ਆਏ ਜਦੋਂ ਸਾਨੂੰ ਪਿੰਡ ਪਤਾ ਲੱਗਾ ਜੀ। ਜਲੰਧਰ ਦੇ ਰੇਲਵੇ ਸਟੇਸ਼ਨ ਨਾਲ ਲੱਗਦੇ DMU ਸਰਵਿਸ ਸੈਂਟਰ ਦੇ ਕੋਲ ਸੁੱਕੀਆਂ ਝਾੜੀਆਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਆਸ-ਪਾਸ ਦੇ ਇਲਾਕੇ ਵਿੱਚ ਵੀ ਅੱਗ ਫੈਲ ਗਈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਸਰ ਮੇਰਾ ਨਾਮ ਗੌਰਵ ਭਾਰਦਵਾਜ, ਫਾਇਰਮੈਨ ਜਲੰਧਰ ਫਾਇਰ ਬ੍ਰਿਗੇਡ ਤੋਂ ਜੀ। ਮੈਨੂੰ 8:30 ਪੌਣੇ 9 ਦੇ ਵਿੱਚ ਕੋਲ ਆਈ ਸੀ ਸਬ ਸਟੇਸ਼ਨ ਤਮੋਰੀਆ ਪੁਲ ਤੇ ਕਿ ਆਪਣਾ 40 ਕੁਆਟਰਾਂ ਦੇ ਕੋਲ ਕੁਆਟਰਾਂ ਦੇ ਨਾਲ ਅੱਗ ਲੱਗੀ ਹੈ। ਅਸੀਂ ਇੱਥੇ ਆ ਕੇ ਦੇਖਿਆ ਕਿ ਰੇਲਵੇ ਦੇ ਪਲਾਟ ਦੇ ਵਿੱਚ ਬਹੁਤ ਜ਼ਿਆਦਾ ਅੱਗ ਸੀਗੀ, ਬਹੁਤ ਲਪਟਾਂ ਚੱਕ ਰਹੀਆਂ ਸੀਗੀਆਂ। ਤੇ ਮੇਰੇ ਫਾਇਰਮੈਨ ਕਰਨ ਵਾਲੀ ਗੌਰਵ ਨੇ ਤੇ ਗੌਰਵ ਭਾਰਦਵਾਜ ਨੇ ਆ ਕੇ ਅੱਗ ਤੇ ਕਾਬੂ ਕੀਤਾ। ਔਰ ਆਪਾਂ ਇਹਦਾ ਪ੍ਰਸ਼ਾਸਨ ਨੂੰ ਦੱਸਿਆ, ਰੇਲਵੇ ਪ੍ਰਸ਼ਾਸਨ ਨੂੰ। ਰੇਲਵੇ ਪ੍ਰਸ਼ਾਸਨ ਨੇ ਜਿਹੜੀ 220 ਵਾਟ ਦੀਆਂ ਤਾਰਾਂ ਵਾ ਉਹਨਾਂ ਨੂੰ ਬੰਦ ਕਰਵਾਇਆ ਬਿਜਲੀ ਨੂੰ, ਤੇ ਅਸੀਂ ਅੱਗ ਦੇ ਉੱਤੇ ਕਾਬੂ ਕਰ ਲਿਆ। ਅੱਗ ਸਰ ਬਹੁਤ ਜ਼ਿਆਦਾ ਸੀਗੀ, ਜਿੱਥੇ ਮਤਲਬ ਕਿ 3-4 ਗੱਡੀਆਂ ਲੱਗਣੀਆਂ ਸੀ, ਆਪਾਂ ਫਿਰ ਵੀ 1 ਤੋਂ 2 ਗੱਡੀਆਂ ਦੇ ਵਿੱਚ ਕਾਬੂ ਕਰ ਲਿਆ ਅੱਗ ਨੂੰ। ਅੱਗ ਸਰ ਸਾਰਾ ਹੀ ਜੰਗਲੀ ਇੱਕ ਤਰ੍ਹਾਂ ਸੀਗਾ, ਘਾਹ ਫੂਸ ਸੀਗੀ ਔਰ ਸੁੱਕਾ ਘਾਹ ਸੀਗਾ। ਅੱਜ ਕੱਲ੍ਹ ਗਰਮੀਆਂ ਦਾ ਸੀਜ਼ਨ ਹੈ, ਕਿਸੇ ਨੇ ਕੋਈ ਸ਼ਰਾਰਤ ਕੀਤੀ ਹੋਣੀ ਹੈ, ਬੀੜੀ ਸਿਗਰਟ ਸੁੱਟੀ ਹੋਣੀ ਹੈ, ਜਿਹਦੇ ਕਾਰਨ ਅੱਗ ਲੱਗ ਗਈ। ਮੋਗਾ ਪੁਲਿਸ ਨੇ अन्य ਕਤਲ ਦੀ ਗੁੱਥੀ ਸੁਲਝਾਉਂਦਿਆਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇੱਕ ਦੀ ਭਾਲ ਹਾਲੇ ਵੀ ਜਾਰੀ ਹੈ। ਇਸ ਸੰਬੰਧ ਵਿੱਚ SSP ਮੋਗਾ ਸਰਦਾਰ ਗੁਰਨੀਤ ਸਿੰਘ ਖੁਰਾਣਾ ਨੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਦੱਸਿਆ ਕਿ ਪਿਛਲੀ ਅਪ੍ਰੈਲ ਦੇ ਮਹੀਨੇ ਵਿੱਚ 2 ਅਣਪਛਾਤੇ ਵੱਲੋਂ ਪੈਟਰੋਲ ਪੰਪ ਤੇ ਕੰਮ ਕਰਦੇ ਇੱਕ ਕਰਮਚਾਰੀ ਦਾ ਬੇਸਬਾਲ ਮਾਰ ਕੇ ਕਤਲ ਕਰ ਦਿੱਤਾ। ਉਸੇ ਮਾਮਲੇ ਨੂੰ ਅੱਜ ਸੁਲਝਾ ਲਿਆ ਗਿਆ ਹੈ।
ਪਿਛਲੇ ਮਹੀਨੇ 17 ਤਰੀਕ ਨੂੰ ਇੱਕ ਮਰਡਰ ਹੋਇਆ ਸੀਗਾ ਰਾਤ 11:30 ਵਜੇ ਪਿੰਡ ਬੋਡੇ ਵਿੱਚ ਪੈਟਰੋਲ ਪੰਪ ਤੇ, ਜਿਹਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਇੱਕ ਜੋਗਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ, ਜਿਹੜਾ ਕਿ ਪੈਟਰੋਲ ਪੰਪ ਤੇ ਕੰਮ ਕਰਦਾ ਸੀਗਾ, ਉਹਨੂੰ ਮਾਰਤਾ ਸੀਗਾ ਔਰ ਮਾਰਿਆ ਉਹਨੂੰ ਬੇਸਬਾਲ ਤੋਂ ਸੀਗਾ। ਤੇ ਸਾਨੂੰ ਕਲੀਅਰ ਜਿਹਾ ਨਹੀਂ ਹੋ ਰਿਹਾ ਸੀਗਾ ਕਿ ਹਾਂ ਇਹ ਵਜ੍ਹਾ ਰੰਜਿਸ਼ ਕੀ ਹੈਗੀ ਔਰ ਕਿਉਂ ਉਹਨੂੰ ਮਾਰਿਆ ਹੈਗਾ। ਤੇ ਕਾਫੀ ਟਾਈਮ ਤੋਂ ਬਲਾਈਂਡ ਚੱਲਿਆ ਆ ਰਿਹਾ ਸੀਗਾ ਮਰਡਰ ਕੇਸ। ਇਹਦੇ ਵਿੱਚ ਸਾਨੂੰ ਕਾਫੀ ਕੱਲ੍ਹ ਇੱਕ ਹਿਊਮਨ ਇੰਟੈਲੀਜੈਂਸ ਟੈਕਨੀਕਲ ਐਨਾਲਿਸਿਸ ਦੇ ਥਰੂ ਜਿਹੜਾ ਹੈਗਾ ਕੁਝ ਡਿਵੈਲਪਮੈਂਟ ਮਿਲੀ ਔਰ ਉਹਦੇ ਵਿੱਚ ਫਿਰ ਜਿਹੜਾ ਮੇਨ ਦੋਸ਼ੀ ਸੀਗਾ ਲਵਪ੍ਰੀਤ ਸਿੰਘ ਉਰਫ ਗੁੰਨਾ ਔਰ ਗੁਰਦੀਪ ਸਿੰਘ ਉਰਫ ਕੱਦੂ ਔਰ ਅਵਤਾਰ ਸਿੰਘ ਉਰਫ ਅਵੀ, ਇਹ ਤਿੰਨ ਬੰਦੇ ਜਿਹੜੇ ਹੈਗੇ ਇਹਨਾਂ ਦੇ 'ਚ ਆਇਡੈਂਟੀਫਾਈ ਹੋਏ ਨੇ, ਜਿਹਦੇ ਵਿੱਚ ਆਪਾਂ 2 ਬੰਦਿਆਂ ਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈਗਾ, ਗੁਰਦੀਪ ਸਿੰਘ ਉਰਫ ਕੱਦੂ ਨੂੰ ਤੇ ਅਵਤਾਰ ਸਿੰਘ ਉਰਫ ਅਵੀ ਨੂੰ। ਇਹਦੇ 'ਚ ਜਿਹੜਾ ਬੰਦਾ ਹੈਗਾ ਇਹਨੂੰ ਰਾਜਸਥਾਨ ਤੋਂ ਸਾਡੀ ਪੁਲਿਸ ਪਾਰਟੀ ਕੱਲ੍ਹ ਰਾਤ ਨੂੰ ਜਾ ਕਰਕੇ ਅੱਜ ਸਵੇਰੇ ਉਹਨਾਂ ਨੇ ਇਹਨੂੰ ਰਾਉਂਡ ਅਪ ਕੀਤਾ ਹੈਗਾ ਔਰ ਦੂਜਾ ਬੰਦਾ ਜਿਹੜਾ ਹੈਗਾ ਉਹ ਆਪਾਂ ਬਰਨਾਲੇ ਤੋਂ ਗ੍ਰਿਫਤਾਰ ਕੀਤਾ ਹੈ। ਰੰਜਿਸ਼ ਕੀ ਸੀ? ਕਾਰਨ ਇਹਦਾ ਰੰਜਿਸ਼ ਦਾ ਇਹੀ ਸੀਗਾ ਕਿ ਇਹ ਤੇਲ ਭਰਾਉਣ ਵਾਸਤੇ ਉੱਥੇ ਆਏ ਸੀਗੇ। ਜਦੋਂ ਉਹਦਾ ਬਕੂਆ ਹੈਗਾ 11:30 ਵਜੇ ਦਾ, ਆਲਮੋਸਟ 11 ਵਜੇ ਦੇ ਕਰੀਬ ਉੱਥੇ ਤੇਲ ਭਰਾਉਣ ਆਏ ਸੀਗੇ। ਕੁਝ ਪੈਸਿਆਂ ਨੂੰ ਲੈ ਕਰਕੇ ਇਹਨਾਂ ਦਾ ਬੋਲ ਬੁਲਾਰਾ ਹੋ ਗਿਆ ਔਰ ਉਸ ਰੰਜਿਸ਼ ਨੂੰ ਲੈ ਕਰਕੇ ਇਹ ਬੰਦਾ ਦੁਬਾਰਾ ਮੁੜ ਕੇ ਅੱਧੇ ਘੰਟੇ ਬਾਅਦ ਉੱਥੇ ਆਉਂਦਾ ਹੈਗਾ ਔਰ ਜਿਹੜੇ ਆਪਣੇ ਹਥਿਆਰ ਸੀਗੇ ਮਾਰੂ ਉਹਨਾਂ ਦੇ ਨਾਲ ਜਿਹੜਾ ਹੈਗਾ ਉਹਨੂੰ ਸੱਟਾਂ ਮਾਰਦਾ ਹੈਗਾ। ਨਸ਼ੇ ਵਿੱਚ ਸੀਗਾ, ਜੋ ਸਾਨੂੰ ਪਤਾ ਲੱਗਾ ਹੈ ਕਿ ਉਸ ਟਾਈਮ ਤੇ ਇਹਨੇ ਨਸ਼ਾ ਵਗੈਰਾ ਕੀਤਾ ਹੋਇਆ ਸੀਗਾ, ਸ਼ਰਾਬ ਪੀਤੀ ਹੋਈ ਸੀਗੀ ਔਰ ਇਸ ਕਰਕੇ ਜਿਹੜਾ ਹੈਗਾ ਉਹਨੂੰ ਜ਼ਿਆਦਾ ਤੇਜ਼ ਮਾਰਤਾ ਔਰ ਆਪਣੀ ਮੌਕੇ ਤੇ ਡੈਥ। ਕੋਈ ਕ੍ਰਿਮੀਨਲ ਬੈਕਗ੍ਰਾਉਂਡ ਸਰ ਇਹਨਾਂ ਦੀ? ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਤੇ ਇੱਕ ਪਰਚਾ ਹੈਗਾ, 52 ਨੰਬਰ FIR ਹੈਗੀ ਹੈ, 353 186 ਦੀ ਹੈਗੀ ਹੈ, ਪੁਲਿਸ ਪਾਰਟੀ ਦੇ ਨਾਲ ਕਿਤੇ ਹੋਏ ਹੋਣੇ ਤੋਂ ਪਾਈ ਉਹਦਾ ਪਰਚਾ ਹੋਇਆ। ਫਤਿਹਗੜ੍ਹ ਸਾਹਿਬ ਦੇ ਪਿੰਡ ਜੱਲਾ ਅਤੇ ਤਰਖਾਨ ਮਾਜਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 12 ਅਕਤੂਬਰ 2020 ਨੂੰ ਇੱਕ ਵਿਅਕਤੀ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਕਥਿਤ ਆਰੋਪੀ ਸਹਿਜਵੀਰ ਸਿੰਘ ਨਿਵਾਸੀ ਬਿਰੜਵਾਲ ਵੱਲੋਂ ਅੰਜਾਮ ਦਿੱਤਾ ਗਿਆ, ਜਿਸ ਦੀ ਅੱਜ ਫਤਿਹਗੜ੍ਹ ਸਾਹਿਬ ਕੋਰਟ ਵਿੱਚ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਹੋਈ, ਜਿਸ ਵਿੱਚ ਸਹਿਜਵੀਰ ਜ਼ਮਾਨਤ ਉੱਤੇ ਹੈ। ਗੌਰ ਹੈ ਕਿ ਜ਼ਮਾਨਤ ਉੱਤੇ ਚੱਲ ਰਹੇ ਆਰੋਪੀ ਦੀ ਸੁਰੱਖਿਆ ਨੂੰ ਲੈ ਕੇ ਉਸ ਨੂੰ ਅਦਾਲਤ ਵਿੱਚ ਸਿੱਧੇ ਤੌਰ ਤੇ ਪੇਸ਼ ਕਰਨ ਨੂੰ ਲੈ ਕੇ ਉਸ ਦੇ ਵਕੀਲ ਵੱਲੋਂ ਅਦਾਲਤ ਵਿੱਚ ਅਰਜ਼ੀ ਦਿੱਤੀ ਗਈ ਸੀ। ਜਿਹੜਾ ਬੇਅਦਬੀ ਵਾਲਾ ਪਿੰਡ ਤਖਾਣ ਮਾਜਰਾ ਔਰ ਜੱਲੇ ਦੇ ਵਿੱਚ ਸਹਿਜਵੀਰ ਸਿੰਘ ਵੱਲੋਂ ਬੇਅਦਬੀ ਕੀਤੀ ਗਈ ਸੀ, ਉਸ ਕੇਸ ਦੇ ਵਿੱਚ ਅੱਜ ਗਵਾਹੀਆਂ ਤੇ ਲੱਗਿਆ ਵਾ ਸੀ ਔਰ ਉਸ ਦੇ ਵਿੱਚ ਦੋਵੇਂ ਕੇਸਾਂ ਦੇ ਵਿੱਚ ਜਿੰਨੇ ਮੁਦਈ ਹੈਗੇ ਆ ਉਹਨਾਂ ਦੇ ਬਿਆਨ ਹੈ ਜਿਹੜੇ ਕਰਾਏ ਗਏ ਆ ਔਰ ਬਾਕੀ ਜਿਹੜੀ ਹੈਗੀ ਆ ਅਗਲੀ ਜਿਹੜੀ ਪੇਸ਼ੀ ਦੇ ਉੱਤੇ ਬਾਕੀ ਦੇ ਗਵਾਹਾਂ ਦੀ ਗਵਾਹੀ ਜਿਹੜੀ ਹੈਗੀ ਆ ਕਰਾਈ ਜਾਊਗੀ। ਤੇ ਅੱਜ ਅਦਾਲਤ ਦੇ ਵਿੱਚ ਉਹਨਾਂ ਦੇ ਬਿਆਨਾਂ ਤੋਂ ਇਲਾਵਾ ਜਿਹੜੇ ਉਸ ਟਾਈਮ ਮੌਕੇ ਦੇ ਉੱਤੇ ਜਿਹੜਾ ਬੇਅਦਬੀ ਕਰਨ ਦੇ ਟਾਈਮ ਦੇ ਉੱਤੇ ਜਿਹੜੀ CCTV ਫੁਟੇਜ ਸੀ ਉਸ ਨੂੰ ਵੀ ਅਦਾਲਤ ਨੇ ਜਿਹੜਾ ਹੈਗਾ ਚਲਾ ਕੇ ਅਦਾਲਤ ਦੇ ਵਿੱਚ ਖੰਗਾਲਿਆ। ਸਹਿਜਵੀਰ ਨੂੰ ਪੇਸ਼ ਕੀਤਾ ਗਿਆ ਜੀ? ਸਹਿਜਵੀਰ ਨੂੰ ਜਿਹੜਾ ਹੈਗਾ ਅੱਜ ਵੀਡੀਓ ਕਾਨਫਰੰਸਿੰਗ ਦੁਆਰਾ ਪੇਸ਼ ਕੀਤਾ ਗਿਆ ਔਰ ਉਹ ਨਾਭੇ ਦੇ ਵਿੱਚ ਕਿਸੇ ਪੁਲਿਸ ਕੋਤਵਾਲੀ ਦੇ ਵਿੱਚੋਂ ਬੈਠਾ ਜਿਹੜਾ ਹੈਗਾ ਅਦਾਲਤ। ਪੰਜਾਬ ਪੁਲਿਸ ਅਕਸਰ ਵਿਵਾਦਾਂ ਵਿੱਚ ਰਹਿੰਦੀ ਹੈ ਤੇ ਆਪਣੀਆਂ ਹਰਕਤਾਂ ਤੋਂ ਬਾਅਦ ਨਹੀਂ ਆ ਸਕਦੀ। ਮਾਮਲਾ ਕਪੂਰਥਲੇ ਦੇ ਪਿੰਡ ਖੰਗੂੜਾ ਦਾ ਹੈ, ਜਿੱਥੇ 16 ਸਾਲਾਂ ਦੀ ਨਾਬਾਲਗ ਲੜਕੀ ਨੇ ਪੁਲਿਸ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ। ਕੁੜੀ ਮੁਤਾਬਕ ਪੁਲਿਸ ਵਾਲੇ ਕੁੜੀ ਦੇ ਭਰਾ ਨੂੰ ਥਾਣੇ ਲਿਜਾਣ ਲਈ ਆਏ ਸਨ, ਪਰ ਉਹ ਨਾਬਾਲਗ ਨੂੰ ਚੁੱਕ ਕੇ ਲੈ ਗਏ। ਫਿਰ ਕਿਸੇ ਉੱਥੇ ਲੈ ਜਾ ਕੇ ਉਸ ਦੀਆਂ ਚੱਪਲਾਂ ਨਾਲ ਉਸ ਦੀ ਕੁੱਟਮਾਰ ਕੀਤੀ ਗਈ ਤੇ ਜਲੀਲ ਵੀ ਕੀਤਾ ਗਿਆ। ਦਰਅਸਲ ਪੁਲਿਸ ਵਾਲੇ ਜ਼ਬਰਦਸਤੀ ਭੈਣ ਤੇ ਦਾਬਾ ਬਣਾ ਕੇ ਭਰਾ ਨੂੰ ਕਿਸੇ ਵਾਰਦਾਤ ਵਿੱਚ ਫਸਾਉਣਾ ਚਾਹੁੰਦੇ ਸਨ, ਜਦੋਂ ਕਿ ਵਾਰਦਾਤ ਨਾਲ ਭਰਾ ਦਾ ਕੋਈ ਤਾਲੁਕ ਨਹੀਂ ਸੀ। ਬਹਰਹਾਲ ਕੁੜੀ ਨੂੰ ਸਿਵਲ ਹਸਪਤਾਲ ਫਗਵਾੜਾ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਛੋਟੇ ਵੀਰ, ਜਦੋਂ ਤੁਹਾਨੂੰ ਪੁਲਿਸ ਲੈ ਕੇ ਆਈ ਆ ਕਿੰਨੇ ਲੋਕ ਸੀ ਉਹ ਮੁਲਾਜ਼ਮ? 2 ਜਣੇ ਆਏ ਸੀ। ਪਹਿਚਾਣਦਾ ਤੂੰ ਉਹਨਾਂ ਨੂੰ? ਹਾਂਜੀ ਪਛਾਣਦਾ। ਸਾਹਮਣੇ ਆਏ ਪਤਾ ਲੱਗ ਜਾਏਗਾ। ਉਹਨਾਂ ਦੇ ਕਿਸੇ ਵੇਲੇ ਤੂੰ ਉਦੋਂ ਨਾਮ ਨੋਟ ਕੀਤਾ? ਕਿਸੇ ਦਾ ਨਾਮ ਕੀ ਨਾਮ ਸੀ? ਕਮਲਜੀਤ ਸਿੰਘ ਲਿਖੇ। ਕਮਲਜੀਤ ਸਿੰਘ ਸੀ। ਦੂਸਰੇ ਦਾ ਨਾਮ? ਦੂਸਰੇ ਦਾ ਨਹੀਂ। ਕਾਹਤੇ ਆਏ ਸੀ ਇਹ? ਹਾਂਜੀ ਮੋਟਰਸਾਈਕਲ ਤੇ ਆਏ ਸੀ। ਸਿੱਧੇ ਥਾਣੇ ਲੈ ਗਏ। ਫਿਰ ਤੂੰ ਕਿਸੇ ਨੂੰ ਕਾਲ ਕੀਤੀ ਉਸ ਤੋਂ ਮੁੜ ਕੇ ਉੱਥੇ ਥਾਣੇ ਬੈਠ ਕੇ? ਹਾਂਜੀ ਮੈਂ ਆਪਣੇ ਭਾਈ ਨੂੰ ਕੀਤੀ। ਜਦੋਂ ਉਹਨੂੰ ਮੈਂ ਪੂਰੀ ਗੱਲ ਦੱਸਦਾ ਹੈਗਾ, ਜਦੋਂ ਮੈਂ ਦੱਸਣ ਲੱਗਾ ਮੈਨੂੰ ਕੁੱਟਦੇ ਆ, ਉਦੋਂ ਫੋਨ ਕੱਟ ਦਿੰਦੇ ਸੀਗੇ। ਓਕੇ, ਕੌਣ ਕੱਟਦਾ ਪਿਆ ਸੀ ਫੋਨ? ਉਹੀ ਪੁਲਿਸ ਵਾਲੇ ਜਿਹਦਾ ਨਾਮ ਲਿਆ ਉਹੀ ਕੱਟਦਾ ਸੀ? ਹਾਂਜੀ। ਬੇਸਿਕਲੀ ਨਾ ਉਹਨਾਂ ਦਾ ਕੋਈ ਪਹਿਲਾਂ ਕੋਈ ਝਗੜਾ ਹੋਇਆ ਸੀ। ਉਹ ਉਹਨਾਂ ਦਾ ਸ਼ਰੀਕੇ ਜੋ ਚਾਚਾ ਵਗੈਰਾ ਲੱਗਦਾ ਆ, ਉਹਦੀ MLR ਵਗੈਰਾ ਸੀ, ਉਹਦੇ ਸੱਟਾਂ ਸੁੱਟਾਂ ਇਹਨਾਂ ਨੇ ਮਾਰੀਆਂ ਸੀ। 2 ਬ੍ਰਦਰ ਆਪਸ ਵਿੱਚ ਹੀ ਦੋਨੇ, ਤੇ 1-2 ਵਾਰੀ ਇਹਨਾਂ ਨੂੰ ਅਸੀਂ ਪਤਾ ਕਰਨ ਗਏ, ਵੈਸੇ ਘਰ ਮਿਲਦੇ ਨਹੀਂ ਸੀਗੇ। ਤੇ ਉਹ ਫਿਰ ਬਾਅਦ 'ਚ ਪਤਾ ਲੱਗਾ ਵੀ ਇਹਨਾਂ ਦੇ ਉਹ ਬੜੇ ਭਰਾ ਨੇ ਝਗੜਾ ਕੀਤਾ ਸੀ, ਛੋਟੇ ਨੇ ਨਹੀਂ ਸੀ ਕੀਤਾ। ਕੋਈ ਵੈਰੀਫਾਈ ਕਰਕੇ ਅਸੀਂ ਛੱਡ ਦਿੱਤਾ ਸੀ।
ਮਤਲਬ ਬੱਚੇ ਨੂੰ ਲਿਆ ਸਕਦੇ ਸੀ ਆਪਾਂ, ਇਦਾਂ ਦਾ ਹੈ ਤੁਹਾਡੇ? ਨਹੀਂ, ਬੱਚੇ ਜੇਕਰ ਕੋਈ ਉਮਰ ਦਾ ਕੋਈ ਦੱਸਿਆ ਹੋਵੇ ਫੇਰ ਹੀ ਹੈ ਜੀ। ਉਹ ਤਾਂ ਦੇਖ ਕੇ ਪਤਾ ਲੱਗਦਾ ਜੀ। ਉਹਨੇ ਤੁਹਾਡੀ ਇੰਨਾ ਨੌਕਰੀ ਚਲੋ ਉਲਝ ਗਈ, ਐਸਆਈ ਬਣ ਗਏ ਹੋ, ਤੁਹਾਡੀ ਨੌਕਰੀ ਬੀਤ ਗਈ ਆ। ਉਹ ਨਹੀਂ ਉਹ ਤਾਂ ਠੀਕ ਹੈ ਜੀ, ਕੋਈ ਗੱਲ ਨਹੀਂ, ਨੌਕਰੀ ਮਹਿਕਮੇ 'ਚ ਹੀ ਬੀਤੀ ਹੈ ਜੀ, ਇਦਾਂ ਦੀ ਕੋਈ ਗੱਲ ਤੁਹਾਨੂੰ ਨਹੀਂ। ਤੁਹਾਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਬੱਚੇ ਦੀ ਉਮਰ। ਨਹੀਂ, ਪੈਸੇ ਇੰਨਾ ਨਹੀਂ ਸੀ ਕਲੀਅਰ ਹੁੰਦਾ, ਕਿਉਂਕਿ ਬੱਚੇ ਤੇ ਅੱਜ ਕੱਲ੍ਹ ਲੰਬੇ ਚੱਪੇ ਹੋ ਹੀ ਜਾਂਦੇ। ਉਹਨਾਂ ਨੇ ਬੱਚਿਆਂ ਨੇ ਆਰੋਪ ਲਗਾਇਆ ਵੀ ਮੈਨੂੰ ਕੁੱਟਿਆ ਮਾਰਿਆ, ਮੈਨੂੰ ਕਹਿੰਦੇ ਚੱਪਾ ਲਾ, ਮੇਰੇ ਚਪੇੜਾ ਮਾਰੀਆਂ, ਮੇਰੇ ਨਹੀਂ, ਇਦਾਂ ਦਾ ਕੋਈ ਪਾਰਟ ਨਹੀਂਗਾ। ਅਸੀਂ ਤਾਂ ਸਮਾਂ ਉਹਨਾਂ ਦਾ ਵਿਦਆਊਟ ਆਲ ਡਾਕੂਮੈਂਟ ਉਹਦਾ ਸੀਗਾ, ਦੂਜਾ ਮੋਟਰਸਾਈਕਲ ਸੀਗਾ, ਉਹ ਵੀ ਅਸੀਂ ਮਤਲਬ ਉਹਦਾ ਆਪਣੀ ਵੈਰੀਫਾਈ ਕਰਕੇ ਚਲੋ ਕਿਹਾ ਵੀ ਇਹਨਾਂ ਦਾ ਹੀ ਆ, ਤੇ ਸਿਰਫ ਉਹਦਾ ਹੈਲਮਟ ਦਾ ਹੀ ਚਲਾਨ ਕੀਤਾ ਆ। ਇੱਕ ਉਹਨਾਂ ਦੇ ਕੋਲੋਂ ਰਿਕਾਰਡਿੰਗ ਆਈ ਆ, ਪੱਤਰਕਾਰਾਂ ਨੂੰ ਭੇਜੀ ਉਹਨਾਂ ਨੇ ਵਾਇਸ ਰਿਕਾਰਡਿੰਗ, ਉਹਦੇ ਵਿੱਚ ਤੁਸੀਂ ਉਹਨਾਂ ਨੂੰ ਬੜੀ ਮਤਲਬ ਵੀ ਮੈਂ ਘੜੀਸ ਕੇ ਲਿਆਉਂ, ਜੁੱਤੀਆਂ ਮਾਰ ਕੇ ਲੈ ਕੇ ਆਉਂ। ਉਹਨੇ ਬੇਸਿਕਲੀ ਹੈ ਨਾ, ਇਹ ਬੰਦੇ ਨੇ ਨਾ ਮੈਨੂੰ ਫੋਨ ਕਰਕੇ ਕਹਿੰਦੇ ਸੀ ਵੀ ਅਸੀਂ ਆਉਣਾ ਨਹੀਂ, ਜੇ ਉਹ ਅਸੀਂ ਨਹੀਂ ਆਉਂਦੇ ਹੁੰਦੇ ਪਏ। ਥੋੜਾ ਜਿਹਾ ਗਰਮੀ ਦੇ ਵਿੱਚ ਮੇਰੇ ਤੋਂ ਵੀ ਕਿਤੇ ਕਿਹਾ ਗਿਆ ਹੋਊਗਾ, ਕੋਈ ਇਨਸਾਨੀ ਆ, ਸਾਡੇ ਤੋਂ ਵੀ ਬੋਲਿਆ ਜਾ ਸਕਦਾ। ਨਕੋਦਰ ਦੇ ਨਾਲ ਲੱਗਦੇ ਪਿੰਡ ਲੱਦੜਾ ਦੀ ਰਹਿਣ ਵਾਲੀ ਬਲਜਿੰਦਰ ਕੌਰ ਨੇ ਦੱਸਿਆ ਕਿ ਉਸਦੇ ਕੁਝ ਰਿਸ਼ਤੇਦਾਰਾਂ ਵੱਲੋਂ ਉਸ ਨਾਲ ਮਾਰ ਕੁਟਾਈ ਕੀਤੀ ਗਈ, ਮੇਰੀ ਲੜਕੀ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਮੇਰੇ ਲੜਕੇ ਉੱਤੇ ਨਾਜਾਇਜ਼ 326 ਦਾ ਮਾਮਲਾ ਦਰਜ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਵੀ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸ ਲਈ ਮੈਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੀ ਹਾਂ। ਇਸ ਮਾਮਲੇ ਬਾਰੇ ਜਦੋਂ ਨਕੋਦਰ ਦੇ ਡੀਐਸਪੀ ਲਖਵਿੰਦਰ ਸਿੰਘ ਮੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਮੇਰਾ ਨਾਮ ਬਲਜਿੰਦਰ ਕੌਰ ਹੈ। ਕੀ ਗੱਲਬਾਤ ਹੋਈ ਆ? ਭਾਜੀ ਸਾਡੇ ਪਿੰਡ ਨਾ ਡੀਐਸਪੀ ਸਾਹਿਬ ਆਏ ਸੀ ਕੱਲ੍ਹ, ਸਾਡੇ ਤੇ ਝੂਠੀ ਛੱਬੀ ਬਣਾਈ ਆ, ਜਿਹਦੇ ਬਾਬਤ ਮੈਂ ਐਸਐਸਪੀ ਨੂੰ ਇਨਕੁਆਇਰੀ ਪਾਈ ਸੀ। ਡੀਐਸਪੀ ਕਹਿੰਦੇ ਸੀ ਅਸੀਂ ਮੌਕਾ ਦੇਖਣਾ ਆ, ਉਹ ਮੌਕਾ ਦੇਖਣਾ ਆ ਤੇ ਉਹਨਾਂ ਨੇ ਸਾਰਾ ਦੇਖਿਆ, ਜਿੱਥੇ ਛੱਬੀ ਬਣੀ ਉਹਦਾ ਤਾਂ ਜ਼ਿਆਦਾ ਵੇਰਵਾ ਦੇਖਿਆ ਨਹੀਂ, ਦੂਜੀ ਪਾਰਟੀ ਦੀ ਸੁਣ ਕੇ ਸਾਰੀ ਗੱਲਬਾਤ ਆ ਗਿਆ। ਜਦੋਂ ਵੀ ਮੈਂ ਗੱਲ ਕਰਨ ਲੱਗਦੀ ਸੀ ਮੈਨੂੰ ਚੁੱਪ ਕਰਾਉਂਦਾ ਸੀ ਦੱਬ ਕੇ ਮਾਰ ਕੇ। ਹੁਣ ਉਹ ਜ਼ਿਆਦਾ ਬੋਲਦੇ ਸੀ, ਅੱਗੇ ਵੀ ਮੇਰਾ ਬੇਟਾ ਬਦਨਾਮ ਕਰਕੇ ਛੱਬੀ ਬਣਾਤੀ। ਹੁਣ ਵੀ ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਮੇਰੇ ਬੇਟੇ ਤੇ ਇੱਕ ਵੀ ਪਰਚਾ ਕੱਢ ਕੇ ਦਿਖਾ ਦਿਓ ਤੁਸੀਂ ਜਿਹੜਾ ਹੈਗਾ ਆ। ਤਾਂ ਮੈਨੂੰ ਮੋਹਰਾ ਡੀਐਸਪੀ ਨੇ ਕਿਹਾ ਤੇਰੀ ਪੱਤਰੀ ਦਾ ਮੈਨੂੰ ਸਾਰਾ ਪਤਾ, ਜੋ ਬੋਲਿਆ ਮੇਰੇ ਲਈ ਗਲਤ ਬੋਲਿਆ। ਉਸ ਤੋਂ ਬਾਅਦ ਜਿਹੜੇ ਸਾਡੇ ਖਿਲਾਫ 2 ਗਵਾਹ ਸੀਗੇ, ਭੋਲਾ ਤੇ ਸ਼ੀਲਾ, ਡੀਐਸਪੀ ਜਾਣ ਤੋਂ ਬਾਅਦ ਸਾਡੇ ਨਾਲ ਉਹ ਬਹੁਤ ਬਦਸਲੂਕੀ ਨਾਲ ਬੋਲੇ, ਸਾਰੇ ਬਾਜਾਂ ਮਾਰਦੇ ਸੀ ਵੀ ਆ ਜਾਓ ਅਸੀਂ ਤੁਹਾਨੂੰ ਦੇਖਣਾ ਹੈ। ਅਸੀਂ ਆਪਣਾ ਬਚਾਅ ਕਰਕੇ ਮੈਂ ਆਪਣੇ ਘਰ ਵਾਲੇ ਨੂੰ ਆਪਣੇ ਦੋਸਤ ਦੇ ਨਾਲ ਭੇਜ ਦਿੱਤਾ, ਉਹਦੇ ਨਾਲ ਅਸੀਂ ਘਰੇ ਆ ਗਏ। ਜਦੋਂ ਘਰੇ ਆਏ ਸਾਡੀ ਗਲੀ ਵਿੱਚ ਇੱਕ ਉਹਨਾਂ ਦਾ ਦਰਵਾਜ਼ਾ ਆ, ਉੱਧਰ ਕੋਈ ਆਉਂਦਾ ਜਾਂਦਾ ਨਹੀਂਗਾ, ਉੱਧਰ ਸਿਰਫ ਸਾਡਾ ਦਰਵਾਜ਼ਾ ਉਹਨਾਂ ਦਾ ਤੇ ਇਹ ਜ਼ਿਆਦਾ ਨਹੀਂ ਉੱਧਰ ਨਿਕਲਦੇ। ਜਦੋਂ ਸਾਨੂੰ ਧਮਕਾਉਣਾ ਹੁੰਦਾ ਉਦੋਂ ਖੋਲ੍ਹਦੇ ਇਹਨੇ ਭਾਜੀ। ਉਹ ਦਰਵਾਜ਼ੇ ਵਿੱਚ ਦੀ ਜਦੋਂ ਲੋਕ ਚੱਲ ਗਏ, ਇਹ ਰਵੀ ਤਰ੍ਹਾਂ ਤਾਂ ਨਾ ਇਹ ਨਹੀਂ ਮੇਰੀ ਆਉਂਦੀ ਕੁੜੀ ਗਲੀ 'ਚੋਂ ਫੜ ਲਈ, ਮੈਂ ਬਚਾਉਣ ਗਈ, ਮੁੜ ਕੇ ਨਹੀਂ ਮੈਨੂੰ ਵੀ ਧੱਕਾਸ਼ਾਹੀ ਕੀਤੀ, ਮਗਰ ਭੋਲਾ ਤਾਂ ਸ਼ੀਲਾ ਗਲੀ 'ਚ ਖੜੇ ਸੀ, ਉਹਨੇ ਮੇਰਾ ਇੱਟਾਂ ਮਾਰੀਆਂ। ਭਾਜੀ ਸਾਡੀ ਜਾਨ ਮਾਲ ਨੂੰ ਬਹੁਤ ਖਤਰਾ ਹੈ, ਮੇਰੀ ਕੁੜੀ ਨੂੰ ਪੈਂਦੇ ਆ, ਫਿਰ ਪੈਸੇ ਦੇ ਕੇ ਪੁਲਿਸ ਨੂੰ ਝੂਠੇ ਸਾਡੇ ਤੇ ਪਰਚੇ ਬਣਾਉਂਦੇ ਆ। ਸਾਡੇ ਤੇ ਹਜੇ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ। 2 ਸਾਲ ਹੋ ਗਏ ਮੈਨੂੰ ਧੱਕੇ ਖਾਂਦੇ ਨੂੰ, ਅੱਜ ਤੱਕ ਨਹੀਂ ਭਾਜੀ ਇਨਸਾਫ ਮਿਲਿਆ ਸਾਨੂੰ ਇਨਸਾਫ ਚਾਹੀਦਾ। ਸਾਡੀ ਇੱਜ਼ਤ ਬਹੁਤ ਖਤਰੇ ਵਿੱਚ ਆ, ਜੇ ਨਾ ਸਾਨੂੰ ਸਾਡਾ ਪਿੰਡ ਲੱਦਣਾ ਹੈ, ਜੇ ਸਾਨੂੰ ਨਾ ਇਨਸਾਫ ਮਿਲਿਆ ਅਸੀਂ ਕੁਝ ਖਾ ਕੇ ਮਰ ਜਾਣਾ ਆ। ਇਹਦੀ ਜ਼ਿੰਮੇਵਾਰੀ ਸਾਰੀ ਪੁਲਿਸ ਹੋਊਗੀ ਜਿਹੜੀ ਸਾਡੀ ਨਹੀਂ ਸੁਣਦੀ। ਸਾਡੀ ਡੀਐਸਪੀ ਨੇ ਵੀ ਚੰਗੀ ਤਰ੍ਹਾਂ ਨਹੀਂ ਸੁਣੀ। ਜੇ ਇਨਸਾਫ ਕਰਦੇ ਸਾਡੇ ਨਾਲ ਧੱਕੇਸ਼ਾਹੀ ਨਹੀਂ ਹੁੰਦੀ। ਸਰਪੰਚ ਵੀ ਭਾਜੀ ਨਾਲ ਜਾਂਦਾ ਆ, ਜਾ ਕੇ ਦੇਖ ਲਓ ਸਾਡੇ ਤੇ ਕੇਸ ਕੀਤੇ ਆ, ਸਾਡੇ ਤਾਂ ਅੱਜ ਸਾਨੂੰ ਘਰ 'ਚ ਬਸਣ ਦਾ ਹੁਕਮ ਨਹੀਂ ਹੈਗਾ। ਪਰ ਸਾਡੀ ਦਰਖਾਸਤ ਆ ਸਾਰਿਆਂ ਨੂੰ, ਮੇਰੀ ਕੁੜੀ ਨਾਲ ਇਨਸਾਫ ਕੀਤਾ ਜਾਵੇ। ਸਾਨੂੰ ਬਹੁਤ ਖਤਰਾ ਆ, ਮੇਰਾ ਬੇਟਾ ਅੱਗੇ ਨਹੀਂ ਕੱਢਿਆ ਕਰੋ ਬਾਹਰੋਂ, ਮੇਰੀ ਪੂਰੀ ਫੈਮਿਲੀ ਤਾਂ ਤੇ ਲਾ ਦਿੱਤੀ ਇਸ ਰਤਨ ਤੇ ਰਵੀ ਨੇ। ਸਾਨੂੰ ਬਹੁਤ ਜ਼ਿਆਦਾ ਇਹਨਾਂ ਤੋਂ ਖਤਰਾ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਮਾਮਲਾ ਦਰਜ ਹੋਇਆ ਜੀ, ਇਹਨਾਂ ਨੇ ਇਨਕੁਆਇਰੀ ਲਾਈ ਸੀ, ਮੈਂ ਮੌਕਾ ਕੱਲ੍ਹ ਵੇਖਣ ਗਿਆ ਸੀਗਾ ਜੀ। ਉੱਥੇ ਮੌਕਾ ਵੇਖ ਕੇ ਦੋਨਾਂ ਧਿਰਾਂ ਨੂੰ ਗੱਲਬਾਤ ਸੁਣ ਕੇ ਤੇ ਮੈਂ ਦੱਸ ਕੇ ਉਹਨਾਂ ਨੂੰ ਕਹਿ ਕੇ ਅੱਜ ਦਾ ਟਾਈਮ ਦਿੱਤਾ ਸੀਗਾ ਸਵੇਰ, ਕੱਲ੍ਹ ਨੂੰ ਮੇਰੇ ਕੋਲ ਆਓ ਤੁਸੀਂ ਮੇਰੇ ਕੋਲ, ਦੋਨੇ ਪਾਰਟੀਆਂ। ਉਸ ਤੋਂ ਬਾਅਦ ਲੜਾਈ ਗੱਲ ਕੁਛ ਨਹੀਂ ਹੋਈ। ਇਹ ਜਿਹੜੀ ਲੇਡੀ ਆ ਉਹਨਾਂ ਨੇ ਆਪਸੇ ਲੇਡੀ ਆਪਸੇ ਗਾਲੀ ਗਲੋਚ ਹੋਈਆਂ ਨੇ, ਤੇ ਇਹ ਜਿਹੜੀ ਲੇਡੀ ਜਾ ਕੇ ਹੋਈ ਐਡਮਿਟ ਹੋਈ ਆ, ਇਹ ਉੱਥੇ ਸੜਕ 'ਤੇ ਲੰਮੀ ਪੈ ਗਈ ਤੇ ਆਪਣਾ ਲੇਟਣ ਲੱਗ ਗਈ ਆ। ਇਹਨੇ 108 ਨੂੰ ਆਪਣਾ ਕਾਲ ਕੀਤੀ ਤੇ ਉਹ 108 ਵੀ ਇਹਨੂੰ ਆਪਣਾ ਕਿੰਨਾ ਹੋ ਗਿਆ ਜੀ, ਅਟੈਕ ਹੋ ਗਿਆ, ਫਲਾਣਾ ਹੋ ਗਿਆ, ਤੁਹਾਨੂੰ ਇੰਨਾ ਪਤਾ ਕੀ ਬੋਲੀ ਹੈ। ਉਸ ਤੋਂ ਬਾਅਦ ਇਹ ਹਸਪੀਟਲ ਦਾਖਲ ਹੋ ਗਈ। ਲੜਾਈ ਝਗੜਾ ਕੋਈ ਨਹੀਂ ਹੋਇਆ ਉੱਥੇ, ਸਿਰਫ ਤੂੰ ਮੈਂ ਲੇਡੀਜ਼ ਆਪਸ ਵਿੱਚ ਬੋਲੀਆਂ। ਇੱਕ ਮਹਿਲਾ ਵੱਲੋਂ ਜਿਹੜਾ ਆਰੋਪ ਲਗਾਇਆ ਗਿਆ ਕਿ ਉਹਨਾਂ ਦੀ ਧੀ ਨੂੰ ਜਿਹੜਾ ਛੇੜਛਾੜ ਵੀ ਕੀਤੀ ਗਈ, ਕੋਈ ਇਸ ਤਰ੍ਹਾਂ ਦਾ ਮਾਮਲਾ ਵੀ ਹੈ? ਇੱਦਾਂ ਦੀ ਕੋਈ ਗੱਲਬਾਤ ਨਹੀਂ। ਉਹ ਸਾਰਾ ਪਿੰਡ ਸੀ ਸਾਡੇ, ਆਪਣਾ ਕਿੰਨਾ ਸਰਪੰਚ ਮੌਜੂਦਾ ਮੌਕੇ 'ਤੇ ਸੀਗਾ, ਬਾਕੀ ਸਾਰਾ ਪਿੰਡ ਸੀ ਉੱਥੇ ਲਾਗੇ ਖੜਾ ਸੀ। ਨਕੋਦਰ ਵਿਖੇ ਉਪ ਮੰਡਲ ਮੈਜਿਸਟ੍ਰੇਟ ਦਾ ਅਹੁਦਾ ਸੰਭਾਲਿਆ ਰਣਦੀਪ ਸਿੰਘ ਹੀਰ ਜੀ ਨੇ ਤਾਂ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਕੰਮ ਹੋਵੇ ਉਹਨਾਂ ਨਾਲ ਰਾਬਤਾ ਕੀਤਾ ਜਾਵੇ ਅਤੇ
ਨਕੋਦਰ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇਗਾ। जी आज मैं चीफ सैकटरी सर के ऑर्डर के मुताबिक अज इत्थे नकोदर अपना चार्ज संभाला हैगा तो मेरे यही है कि साडा जिहड़ा ऑफिस का काम है डिलीवरी सर्विसिज टू द पब्लिक वो टाइम सिर की जाएगी ਅਤੇ ਬਾਕੀ ਜੋ ਵੀ ਇੱਥੇ ਦੀ ਇਸ਼ੂਜ਼ ਹੈਗੇ ਆ ਉਹ ਮੈਂ ਦੇਖ ਕੇ ਫਿਰ ਉਹਨੂੰ ਜਲਦ ਤੋਂ ਜਲਦ ਹੱਲ ਕਰਵਾ ਦੇਵਾਂ। ਸਰ ਪਬਲਿਕ ਨੂੰ ਕੀ ਮੈਸੇਜ ਹੈ? ਪਬਲਿਕ ਨੂੰ ਮੈਸੇਜ ਕਿ ਕੋਈ ਵੀ ਅਗਰ ਪ੍ਰੋਬਲਮ ਉਹਨਾਂ ਨੂੰ ਹੈਗੀ ਹੈ ਤਾਂ ਮੈਨੂੰ ਡਾਇਰੈਕਟਲੀ ਮਿਲ ਸਕਦੀ ਹੈ ਜਦੋਂ ਮੈਂ ਤੇ ਬਾਕੀ ਪਬਲਿਕ ਸਰਵਿਸਿਜ਼ ਜਿਹੜੀ ਡਿਲੀਵਰੀ ਆਫ ਸਰਵਿਸਿਜ਼ ਆ ਉਹ ਅਸੀਂ ਫਾਸਟ ਟਰੈਕ ਕਰਾਂਗੇ। ਜਦੋਂ ਕੋਈ ਵੀ ਇਸ਼ੂ ਆਉਂਦਾ ਹੈਗਾ ਤਾਂ ਮੈਨੂੰ ਡਾਇਰੈਕਟਲੀ ਮਿਲ ਸਕਦਾ। ਤਾਲਮੇਲ ਕਮੇਟੀ ਦੇ ਰੈਵਨਿਊ ਪਟਵਾਰ ਯੂਨੀਅਨ ਅਤੇ ਰੈਵਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਆਦੇਸ਼ ਮੁਤਾਬਕ ਤਹਿਸੀਲ ਫਤਿਹਗੜ੍ਹ ਸਾਹਿਬ ਦੇ ਸਮੂਹ ਪਟਵਾਰੀਆਂ ਅਤੇ ਕਾਨੂੰਗੋਆਂ ਨੇ ਵਾਧੂ ਹਲਕਿਆਂ ਦਾ ਚਾਰਜ ਛੱਡ ਦਿੱਤਾ। ਇਸ ਸੰਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਰੈਵਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਲੰਮੇ ਸਮੇਂ ਤੋਂ ਸਰਕਾਰ ਤੋਂ ਨਵੀਂ ਭਰਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਪਰੰਤੂ ਸਰਕਾਰ ਵੱਲੋਂ ਇਸ ਸੰਬੰਧੀ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ। ਸਿੰਘ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਯੂਨੀਅਨ ਪਟਵਾਰ ਯੂਨੀਅਨ ਫਤਿਹਗੜ੍ਹ ਸਾਹਿਬ। ਅੱਜ ਅਸੀਂ ਜੋ ਸਾਡੀ ਤਾਲਮੇਲ ਕਮੇਟੀ ਪੰਜਾਬ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ ਪਟਵਾਰੀਆਂ ਦੀ ਨਵੀਂ ਭਰਤੀ ਕਰਵਾਉਣ ਵਾਸਤੇ ਅਤੇ ਇੱਕ ਸਰਕਲ ਇੱਕ ਤਨਖਾਹ ਦੇ ਫਾਰਮੂਲੇ ਨੂੰ ਲਾਗੂ ਕਰਨ ਵਾਸਤੇ ਅਸੀਂ ਅੱਜ ਵਾਧੂ ਹਲਕਿਆਂ ਦਾ ਚਾਰਜ ਛੱਡਿਆ। ਪੂਰੇ ਪੰਜਾਬ ਦੇ ਵਿੱਚ ਹੀ ਪਟਵਾਰੀ ਨੇ ਜਿਹੜੇ ਉਹ ਤੇ ਕਾਨੂੰਗੋ ਸਾਹਿਬਾਨ ਵਾਧੂ ਹਲਕਿਆਂ ਦਾ ਚਾਰਜ ਛੱਡ ਰਹੇ ਨੇ ਤੇ ਅੱਜ ਸਾਡੇ ਤਹਿਸੀਲ ਫਤਿਹਗੜ੍ਹ ਸਾਹਿਬ ਦੇ ਅਸੀਂ ਸਮੂਹ ਪਟਵਾਰੀ ਅਤੇ ਕਾਨੂੰਗੋ ਸਾਹਿਬਾਨਾਂ ਨੇ ਵਾਧੂ ਹਲਕਿਆਂ ਦਾ ਚਾਰਜ ਜਿਹੜਾ ਉਹ ਦਫ਼ਤਰ ਕਾਨੂੰਗੋ ਦੇ ਹਵਾਲੇ ਕਰਤਾ ਤੇ ਅੱਜ ਸਾਡੀ ਤਹਿਸੀਲ ਦੇ 26 ਪਟਵਾਰ ਸਰਕਲ ਤੇ 115 ਪਿੰਡਾਂ ਦੇ ਵਿੱਚ ਕੋਈ ਪਟਵਾਰੀ ਨਹੀਂ। ਅੱਛਾ ਜੀ, ਤੇ ਹੁਣ ਕਿੰਨੇ ਪਟਵਾਰੀ ਹੈਗੇ ਨੇ, ਕਿੰਨੇ ਚ ਹੋ ਗਏ ਜੀ? ਜੇ ਆਪਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਤਾਂ 118 ਪੋਸਟਾਂ ਨੇ ਪਟਵਾਰੀ ਦੀ ਤੇ ਸਿਰਫ 40 ਪਟਵਾਰੀ ਕੰਮ ਕਰ ਰਹੇ ਨੇ। ਜੇ ਆਪਾਂ ਤਹਿਸੀਲ ਫਤਿਹਗੜ੍ਹ ਸਾਹਿਬ ਦੀ ਗੱਲ ਕਰ ਲਈਏ ਤਾਂ ਇੱਥੇ ਟੋਟਲ ਪੋਸਟਾਂ 43 ਨੇ ਤੇ ਪਟਵਾਰੀ ਸਿਰਫ 17 ਕੰਮ ਕਰ ਰਹੇ ਨੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਲਗਭਗ 2967 ਜਿਹੜੀ ਪੋਸਟ ਪਟਵਾਰੀ ਦੀ ਉਹ ਖਾਲੀ ਪਈ ਹੈ। 1731 ਪਟਵਾਰੀ ਕੰਮ ਕਰ ਰਿਹਾ, 4700 ਪੋਸਟਾਂ। ਸਰਕਾਰ ਤੋਂ ਕੀ ਮੰਗ ਹੈ ਤੁਹਾਡੀ ਜੀ? ਸਰਕਾਰ ਤੋਂ ਸਾਡੀ ਲਗਭਗ ਪਿਛਲੇ 7 ਸਾਲਾਂ ਤੋਂ ਇਹ ਮੰਗ ਚੱਲੀ ਆ ਰਹੀ ਹੈ ਵੀ ਸਰਕਾਰ ਨਵੀਂ ਭਰਤੀ ਕਰੇ। ਪਟਵਾਰੀਆਂ ਦੇ ਉੱਤੇ ਕੰਮ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੈ, ਬਹੁਤ ਜ਼ਿਆਦਾ ਬੋਝ ਹੈ, ਜਿਸ ਕਰਕੇ ਅਸੀਂ ਲੋਕਾਂ ਨੂੰ ਸਹੀ ਸਮੇਂ 'ਤੇ ਸਹੀ ਤਰੀਕੇ ਨਾਲ ਕੰਮ ਕਰਕੇ ਨਹੀਂ ਦੇ ਸਕਦੇ। ਪਰੰਤੂ ਸਰਕਾਰ ਵੱਲੋਂ ਵਾਰ-ਵਾਰ ਸਾਨੂੰ ਭਰੋਸਾ ਦੇਣ ਦੇ ਬਾਵਜੂਦ ਪ੍ਰੋਪਰ ਤਰੀਕੇ ਨਾਲ ਜਿਹੜੀ ਉਹ ਸਫੀਸ਼ੀਐਂਟ ਭਰਤੀ ਹੁਣ ਤੱਕ ਨਹੀਂ ਕੀਤੀ ਗਈ। ਹੁਣ ਵੀ ਸਾਡੀ ਸੀਐਮ ਮਾਨ ਨਾਲ ਮੀਟਿੰਗ ਹੋਈ ਸੀਗੀ 5 ਅਪ੍ਰੈਲ ਨੂੰ ਜਥੇਬੰਦੀ ਦੀ, ਇਹਦੇ 'ਚ ਉਹਨਾਂ ਨੇ ਭਰੋਸਾ ਦਿਵਾਇਆ ਸੀ ਕਿ ਸਾਡੇ ਜਿਹੜੇ 1090 ਪਟਵਾਰੀ ਸਿਲੈਕਟ ਹੋ ਚੁੱਕੇ, ਉਹਨਾਂ ਦੀ ਕਾਉਂਸਲਿੰਗ ਹੋ ਚੁੱਕੀ ਹੈ, ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ ਤੇ ਨਾਲ ਹੀ ਪਟਵਾਰੀਆਂ ਦੀ ਨਵੀਂ ਭਰਤੀ ਕੀਤੀ ਜਾਵੇ। ਪਰ ਸਰਕਾਰ ਵੱਲੋਂ ਜਿਹੜੀਆਂ 26,454 ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ, ਉਹਦੇ ਵਿੱਚ ਇੱਕ ਵੀ ਪੋਸਟ ਪਟਵਾਰੀ ਦੀ ਨਹੀਂ ਤੇ ਨਾ ਹੀ ਅਜੇ ਤੱਕ ਉਹ ਸਾਡੇ 1090 ਪਟਵਾਰੀ ਸਾਥੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਸ਼ਹਿਰ ਵਿੱਚ ਬਣੇ ਅੰਡਰ ਬ੍ਰਿਜ ਦੀਆਂ ਦੋਵੇਂ ਖਸਤਾਹਾਲ ਸੜਕਾਂ ਤੇ ਅੰਡਰ ਬ੍ਰਿਜ ਨੂੰ ਫਾਟਕ ਨਾਲ ਜੋੜਦੀ ਸੜਕ ਦੇ ਮੁੜ ਨਿਰਮਾਣ ਦੀ ਸ਼ੁਰੂਆਤ ਕੈਬਨਿਟ ਮੰਤਰੀ ਡਾਕਟਰ ਵਿਜੇ ਸਿੰਗਲਾ ਨੇ ਸ਼ਹਿਰ ਨਿਵਾਸੀਆਂ ਦੀ ਮੌਜੂਦਗੀ ਵਿੱਚ ਸੜਕ ਤੇ ਟੱਕ ਲਗਾ ਕੇ ਕੀਤੀ। ਉਹਨਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੰਬੇ ਸਮੇਂ ਤੋਂ ਰੁਕੇ ਹੋਏ ਵਿਕਾਸ ਕਾਰਜਾਂ ਦੇ ਟੈਂਡਰ ਪਹਿਲਾਂ ਨਾਲੋਂ 30% ਘੱਟ ਰੇਟ ਤੇ ਹੋਏ ਹਨ, ਜੋ ਕਿ ਸਮੇਂ ਦੀ ਸਰਕਾਰ ਦੀ ਨੀਅਤ ਨੂੰ ਦਰਸਾਉਂਦਾ ਹੈ। ਜੀ ਪੰਜਾਬ ਦਾ ਜੇ ਸੱਭਿਆਚਾਰ ਖਰਾਬ ਹੋਇਆ ਉਹ ਪਿਛਲੀਆਂ ਸਰਕਾਰਾਂ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜ਼ਿੰਮੇਵਾਰ ਨੇ। ਕਿਸ ਤਰ੍ਹਾਂ ਉਹਨਾਂ ਨੇ ਨਸ਼ਿਆਂ ਨੂੰ, ਗਨ ਕਲਚਰ ਨੂੰ, ਭਾਵੇਂ ਉਹ ਸਿੰਗਰਾਂ ਦੇ ਥਰੂ ਹੋਵੇ, ਭਾਵੇਂ ਫਿਲਮਾਂ ਦੇ ਥਰੂ ਹੋਵੇ, ਉਹਨੂੰ ਵਧਾਵਾ ਦਿੱਤਾ। ਔਰ ਸਾਡੇ ਨੌਜਵਾਨ ਪੀੜ੍ਹੀ, ਕਿਉਂਕਿ ਨੌਜਵਾਨ ਪੀੜ੍ਹੀ ਦੀ ਜਿਹੜੀ ਉਮਰ ਹੁੰਦੀ ਹੈ ਇੱਕ ਇਮੋਸ਼ਨਲ ਏਜ ਹੁੰਦੀ ਹੈ, ਬੜੀ ਵਲਨਰੇਬਲ ਏਜ ਹੁੰਦੀ ਹੈ, ਉਹ ਉਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਇੱਕ ਰੋਲ ਮਾਡਲ ਲੈਂਦੀ ਹੈ। ਉਹ ਸਾਡੀ ਪੀੜ੍ਹੀ 'ਤੇ ਉਸ ਦਾ ਅਸਰ ਹੋਇਆ। ਔਰ ਕਿਉਂਕਿ ਸਾਨੂੰ ਸਾਡੀ ਪੀੜ੍ਹੀ ਦਾ ਫਿਕਰ ਹੈ, ਅਸੀਂ ਜਿਹੜੇ ਸਾਰੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਉਹਨਾਂ ਦੀ ਅਗਵਾਈ ਹੇਠ ਜਿਹੜੇ ਸਾਰੇ ਨੁਮਾਇੰਦੇ ਆ ਉਹ ਆਮ ਘਰਾਂ 'ਚੋਂ, ਇਸ ਲਈ ਆਮ ਘਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਸਾਡੇ ਬੱਚੇ ਭਾਵੇਂ ਉਹ ਨਸ਼ਿਆਂ ਵੱਲ ਵੱਧ ਗਏ, ਭਾਵੇਂ ਬਾਹਰਲੇ ਦੇਸ਼ਾਂ ਨੂੰ ਬੇਰੁਜ਼ਗਾਰੀ ਦੇ ਆਲਮ 'ਚ ਜਾ ਰਹੇ ਨੇ, ਸਾਨੂੰ ਉਹ ਦਰਦ ਮਹਿਸੂਸ ਹੁੰਦਾ, ਸਰਕਾਰ ਨੂੰ ਹੁੰਦਾ, ਮਾਨ ਸਾਹਿਬ ਨੂੰ ਹੁੰਦਾ। ਇਸ ਲਈ ਮਾਨ ਸਾਹਿਬ ਹਮੇਸ਼ਾ ਇਹੀ ਗੱਲ ਕਰਦੇ ਆ ਵੀ ਆਪਾਂ ਅਜਿਹਾ ਮਾਹੌਲ ਬਣਾਈਏ ਵੀ ਸਾਡੇ ਬੱਚੇ ਬਾਹਰ ਨਾ ਜਾਣ। ਬਾਹਰ ਜਾਣਾ 30-40 ਲੱਖ ਰੁਪਇਆ ਖਰਚ ਕਰਦੇ ਔਰ ਉਹ ਬੱਚਾ ਸਾਰੀ ਉਮਰ ਜਾ ਕੇ ਉਸ ਦੇਸ਼ ਲਈ ਕਮਾਉਂਦਾ। ਜਿਹੜੀ ਸਾਡੀ ਸਭ ਤੋਂ ਵੱਡੀ ਸੰਪਤੀ ਸਾਡੇ ਦੇਸ਼ ਦੀ ਹੈ ਉਹ ਸਾਡਾ ਸਰਮਾਇਆ, ਸਾਡਾ ਨੌਜਵਾਨ ਹੈ। ਅਗਰ ਸਾਡਾ ਨੌਜਵਾਨ ਹੀ ਬਾਹਰ ਚਲਾ ਜਾਊਗਾ ਤਾਂ ਸਾਡੇ ਪੱਲੇ ਕੱਖ ਨਹੀਂ ਰਹਿਣਾ। ਸੋ ਅਸੀਂ ਆਪਣੇ ਬੱਚਿਆਂ ਨੂੰ ਰੋਕਣਾ, ਉਹਨਾਂ ਨੂੰ ਬੱਚੇ ਨੂੰ ਤਾਂ ਹੀ ਰੋਕਾਂਗੇ ਜੇ ਉਹਨਾਂ ਨੂੰ ਮਾਹੌਲ ਵਧੀਆ ਬਣਾਵਾਂਗੇ, ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਾਂਗੇ, ਉਹਨਾਂ ਨੂੰ ਗਨ ਕਲਚਰ ਤੋਂ ਦੂਰ ਰੱਖਾਂਗੇ। ਇਸੇ ਤਹਿਤ ਇਹ ਕਾਰਵਾਈ ਹੋ ਰਹੀ ਹੈ। ਕਾਰਵਾਈ ਅਸੀਂ ਕੋਈ ਇਹ ਨਾਦਰਸ਼ਾਹੀ ਫਰਮਾਨ ਨਹੀਂ, ਤਾਂ ਬੇਨਤੀ ਹੈ, ਸਭ ਦੀ ਕਲੈਕਟਿਵ ਜ਼ਿੰਮੇਵਾਰੀ ਬਣਦੀ ਹੈ ਔਰ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਆਪਾਂ ਤਰਨਤਾਰਨ ਸ਼ਹਿਰ ਤੋਂ
ਪਰਿਵਾਰ ਦਾ ਪੇਟ ਭਰਨ ਲਈ ਵਿਦੇਸ਼ ਗਏ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਖਬਰ ਤੋਂ ਬਾਅਦ ਪਰਿਵਾਰ 'ਚ ਚੀਕ ਚਿਹਾੜਾ ਪੈ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਸਾਲ 2019 ਦੌਰਾਨ ਬ੍ਰਾਜ਼ੀਲ ਗਿਆ ਸੀ, ਜਿਸ ਦੇ ਅਮਰੀਕਾ ਜਾਣ ਲਈ ਜੰਗਲ ਪਾਰ ਕਰਦੇ ਸਮੇਂ ਸਿਹਤ ਖਰਾਬ ਹੋਣ ਦੌਰਾਨ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ ਜਤਿੰਦਰ ਸਿੰਘ ਦੀ ਪਤਨੀ ਅੰਮ੍ਰਿਤਪਾਲ ਕੌਰ, ਬੇਟਾ ਵਿਜੋਤ ਸਿੰਘ, ਬੇਟੀ ਸੁਖਲੀਨ ਕੌਰ ਨੂੰ ਛੱਡ ਗਿਆ ਹੈ। ਇਸ ਮੌਕੇ ਪਰਿਵਾਰ ਨੇ ਸਰਕਾਰ ਕੋਲੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ। ਇਹ ਤਰਨਤਾਰਨ ਰੋਈ ਗੰਡਾ ਤੇ ਕੀ ਨਾਂ ਸੀ ਤੁਹਾਡੇ ਬੇਟੇ ਦਾ? ਜਤਿੰਦਰ ਸਿੰਘ ਜੀ। ਕਿਹੜੇ ਦੇਸ਼ ਗਿਆ ਸੀ? ਇਹ ਬ੍ਰਾਜ਼ੀਲ ਤੋਂ ਪਹਿਲਾਂ ਬ੍ਰਾਜ਼ੀਲ ਤੇ ਗਿਆ ਸੀ ਇਹ, ਤੇ ਬ੍ਰਾਜ਼ੀਲ ਤੋਂ ਫਿਰ ਇਹ ਅਮਰੀਕਾ ਨੂੰ ਜਾ ਰਿਹਾ ਸੀ 2 ਨੰਬਰ 'ਚ। ਕਿੰਨੇ ਸਾਲ ਤੋਂ ਉੱਥੇ ਜੀ? ਇਹ 2.5 ਸਾਲ ਤੋਂ ਉੱਥੇ ਸੀ। ਤੇ ਕਿਸ ਤਰ੍ਹਾਂ ਉਹਨਾਂ ਦੀ ਮੌਤ ਹੋਈ? ਇਹ ਉੱਥੋਂ ਬ੍ਰਾਜ਼ੀਲ ਤੋਂ ਇਹ ਆਪਣੇ ਜਾ ਰਿਹਾ ਸੀ ਚੋਰੀ ਰਸਤੇ ਅਮਰੀਕਾ ਨੂੰ। ਤੋ ਇਹ ਰਸਤੇ ਦੇ ਵਿੱਚ ਜੋ ਜੰਗਲ 'ਚ ਵੜੇ ਆ, ਤੇ ਜੰਗਲ ਦੇ ਵਿੱਚ ਇਹਨਾਂ ਨੂੰ ਕੋਈ ਪਤਾ ਨਹੀਂ ਕੀ ਗੱਲ ਹੋ ਗਈ ਆ। ਉਹਨਾਂ ਨੇ ਜਿਹੜੇ ਸਾਥੀ ਸੀ ਉਹਨਾਂ ਦੱਸਿਆ ਵੀ ਇਹਦੇ ਪੈਰਾਂ 'ਚ ਸੋਜ ਪੈ ਗਈ, ਜਿਸ ਕਰਕੇ ਇਹਨੂੰ ਅਸੀਂ ਨਾਲ ਨਹੀਂ ਖੜ ਸਕੇ ਤੇ ਅਸੀਂ ਉੱਥੇ ਕੈਂਪ 'ਚ ਛੱਡ ਦਿੱਤਾ ਇਹਨਾਂ ਨੂੰ। ਉਹ ਕੈਂਪ 'ਚ ਉਹ ਰਾਤ ਉੱਥੇ ਰਿਹਾ ਵਾ, ਤੋ ਪਤਾ ਨਹੀਂ ਇਹਨਾਂ ਨੇ ਕੋਈ ਗੋਲੀ ਦਿੱਤੀ ਹੈ ਕਿ ਰਿਐਕਸ਼ਨ ਹੋ ਗਿਆ। ਕੋਈ ਜੋ ਸਰੀਰ ਦੇਖਿਆ ਉਦੋਂ ਨੀਲਾ ਪੈ ਗਿਆ ਸੀ, ਤੇ ਉੱਥੇ ਇਹ ਸਭ ਤੋਂ ਹੁੰਦਾ ਸੀ ਇਹਨੂੰ ਕੋਈ ਸੁੱਤੇ ਵੇਲੇ ਲੜ ਗਿਆ, ਕੁਛ ਸੱਪ ਵਗੈਰਾ ਜਾਂ ਲੜ ਗਿਆ ਜਾਂ ਕੋਈ ਜ਼ਹਿਰੀਲੀ ਚੀਜ਼ ਲੜਕੀ ਆ। ਤੇ ਸਵੇਰੇ ਉੱਠਿਆ ਤੇ ਉਹਨਾਂ ਦੀ ਡੈਥ ਹੋ ਗਈ ਸੀ। ਜਿਹੜੇ ਮੁੰਡੇ ਨਾਲ ਸੀ ਤੁਹਾਨੂੰ ਉਹਨਾਂ ਦੇ ਸ਼ੱਕ ਤਾਂ ਨਹੀਂਗਾ? ਨਹੀਂ, ਸ਼ੱਕ ਕੋਈ ਨਹੀਂ ਹੈ ਜੀ ਉਹਨਾਂ ਦੇ। ਜਾਂ ਉਹਨਾਂ ਨੇ ਫੋਨ ਉਹਨਾਂ ਨਾਲ ਗੱਲਬਾਤ ਹੋਈ, ਉਹ ਆਂਦੇ ਵੀ ਸਾਡੇ ਨਾਲ ਸੀ ਤੇ ਉਹਦੇ ਸੋਜ ਪੈਣ ਕਰਕੇ ਅਸੀਂ ਉਸ ਕੈਂਪ 'ਚ ਛੱਡ ਦਿੱਤਾ। ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ? ਇਹ ਅਸੀਂ ਬਾਅਦ 'ਚ ਫੋਨ ਦੇ ਜਿਹੜੇ ਦੋਸਤਾਂ ਦੇ ਫੋਨ ਨੰਬਰ ਸੀ ਸਾਡੇ ਕੋਲ 2-3, ਉਹਨਾਂ ਜਿਹੜੀ ਅਸੀਂ ਕਾਰਵਾਈ ਕੀਤੀ ਤੇ ਉਹਨਾਂ ਨੇ ਸਾਨੂੰ ਫਿਰ ਡੋਂਗਰਾਂ ਦਾ ਫੋਨ ਦਿੱਤਾ, ਤੇ ਉਹ ਡੋਂਗਰੇ ਜਰੀਏ ਫਿਰ ਅਸੀਂ ਉਹ ਸਾਰੀ ਪਤਾ ਕੀਤਾ। ਜਤਿੰਦਰ ਸਿੰਘ ਮੈਰਿਜ ਹੋਈ ਸੀ ਜਦੋਂ ਉਹਨਾਂ ਨੂੰ? ਮੈਰਿਜ ਹੈ ਜੀ, ਉਹਨਾਂ ਦੀ ਮੈਰਿਜ ਹੈ, 2 ਬੱਚੇ ਉਹਨਾਂ ਦੇ। ਅੱਛਾ, ਕਿਹੜੇ ਬੱਚੇ? ਇੱਕ ਲੜਕੀ ਹੈ +2  'ਚ ਪੜ੍ਹਦੀ ਹੈ ਔਰ ਲੜਕਾ 9th ਕਲਾਸ 'ਚ ਪੜ੍ਹਦਾ। 2 ਬੱਚੇ। ਸੁਖਲੀਨ ਕੌਰ। ਤੇ ਕੀ ਗੱਲ ਹੋਈ ਤੁਹਾਡੇ ਨਾਲ? ਇਹ ਕਿ ਪਹਿਲਾਂ ਤਾਂ ਗਏ ਸੀ ਬ੍ਰਾਜ਼ੀਲ ਜਾਣ, ਉਹਨਾਂ ਨੂੰ 2.5 ਸਾਲ ਹੋ ਚੁੱਕੇ ਸੀ। ਫਿਰ ਉਸ ਤੋਂ ਬਾਅਦ ਉੱਥੇ ਕੰਮ ਕਾਰ ਇੰਨਾ ਹੈ ਨਹੀਂ ਸੀ, ਘਰ ਦਾ ਗੁਜ਼ਾਰਾ ਮਸਾਂ ਹੀ ਹੁੰਦਾ ਸੀ। ਫਿਰ ਉਹਨਾਂ ਨੇ ਸੋਚਿਆ ਕਿ ਅਸੀਂ ਹੁਣ ਜਾਂਦੇ ਹਾਂ ਬਾਹਰ, ਅਮਰੀਕਾ ਨੂੰ ਸੈੱਟ ਹੁੰਦੇ ਹਾਂ, ਘਰ ਬਾਰ ਥੋੜ੍ਹਾ ਵਧੀਆ ਹੋਵੇ, ਪੜ੍ਹਾਈਆਂ ਦੇ ਖਰਚੇ ਵੀ ਬੜੇ ਹੈਗੇ ਨੇ। ਫਿਰ ਇੱਦਾਂ ਹੀ ਸੋਚਿਆ ਕਿ ਅਮਰੀਕਾ ਨੂੰ ਚੱਲਦੇ ਹਾਂ। ਉੱਥੇ 2 ਨੰਬਰ 'ਚ ਗਏ ਸੀ ਉਹ। ਉੱਥੇ ਜਾ ਕੇ ਫਿਰ ਜੰਗਲ ਜਾਣ ਤੋਂ ਪਹਿਲਾਂ ਤਾਂ ਸਾਡੀ ਗੱਲ ਹੁੰਦੀ ਰਹੀ ਕਿ ਹਾਂਜੀ ਇੱਥੇ ਲੋਕੇਸ਼ਨ ਕਿਹ ਸੈਂਡ ਕਰਦੇ ਰਹੇ ਸੀ। ਪਰ ਜਦੋਂ ਜੰਗਲ 'ਚ ਗਏ ਉੱਥੇ ਫਿਰ ਨੈਟਵਰਕ ਵਗੈਰਾ ਨਹੀਂ ਹੁੰਦੇ ਸੀ। ਉਸ ਤੋਂ ਬਾਅਦ ਸਾਡੀ ਫਿਰ ਕਦੀ ਗੱਲ ਨਹੀਂ ਹੋਈ ਪਾਪਾ ਨਾਲ। ਰੂਪਨਗਰ ਪੁਲਿਸ ਨੇ ਇੱਕ ਅਜਿਹੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਗੈਸਟ ਨੂੰ ਹਥਿਆਰ ਸਪਲਾਈ ਕਰਦਾ ਹੈ। ਸੋ ਕੋਟਕਪੂਰੇ ਦਾ ਰਹਿਣ ਵਾਲਾ ਹੈ। ਫੜੇ ਗਏ ਦੋਸ਼ੀ ਕੋਲੋਂ ਪੁਲਿਸ ਨੇ 7 ਗੈਰ ਕਾਨੂੰਨੀ ਪਿਸਤੌਲ ਅਤੇ 15 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਰੂਪਨਗਰ ਪੁਲਿਸ ਦੇ ਅਨੁਸਾਰ ਇਹਨਾਂ ਹਥਿਆਰਾਂ ਦੇ ਨਾਲ ਗੈਂਗਸਟਰਾਂ ਨੇ ਕੋਟਕਪੂਰੇ ਦੇ ਵਿੱਚ ਕਿਸੇ ਦਾ ਕਤਲ ਕਰਨਾ ਸੀ। ਪੁਲਿਸ ਦੇ ਅਨੁਸਾਰ ਗੈਂਗਸਟਰ ਜਗਦੀਪ ਸਿੰਘ ਉਫ ਕਾਕਾ ਅਤੇ ਸੁਖਦੀਪ ਸਿੰਘ ਉਫ ਟੋਨੀ ਜੇਲ੍ਹ ਵਿੱਚ ਬੈਠ ਕੇ ਗੈਰ ਕਾਨੂੰਨੀ ਕੰਮ ਨੂੰ ਅੰਜਾਮ ਦੇ ਰਹੇ ਸੀ। ਤੋ 7 ਜਿਹੜੇ ਨਜਾਇਜ਼ ਹਥਿਆਰ ਸੀਗੇ ਉਹ ਜਿਹੜੀ ਉਹਨਾਂ ਦੀ ਖੇਪ ਜਿਹੜੀ ਹੈਗੀ ਫੜੀ ਗਈ। ਇਹ ਜਿਹੜੇ ਹਥਿਆਰ ਸੀਗੇ 2 ਜਿਹੜੇ ਮਾੜੇ ਅਨਸਰ ਨੇ ਉਹ ਜੇਲ੍ਹ ਦੇ ਵਿੱਚ ਬੰਦ ਨੇ, ਕਾਕਾ ਤੇ ਟੋਨੀ। ਉਹਨਾਂ ਵਾਸਤੇ ਜਿਹੜੇ ਉਹਨਾਂ ਦੇ ਬਿਹਾਫ ਤੇ ਹਥਿਆਰ ਆਏ ਹੋਏ ਸੀਗੇ ਤੇ ਉਹਨਾਂ ਨੇ ਇੱਕ ਕੋਟਕਪੂਰੇ ਦੇ ਵਿੱਚ ਵੱਡੀ ਵਾਰਦਾਤ ਦੇ ਵਿੱਚ ਇਹਨਾਂ ਹਥਿਆਰਾਂ ਦਾ ਇਸਤੇਮਾਲ ਕਰਨਾ ਸੀਗਾ। ਤੇ ਇਹ ਜਿਹੜਾ ਬੰਦਾ ਫੜੇ ਜਾਣ ਕਰਕੇ ਤੇ ਇਹ 'ਚ ਜਿਹੜੇ 7 ਦੇ 7 ਹਥਿਆਰ ਫੜੇ ਜਾਣ ਕਰਕੇ ਇਹ ਵੱਡੀ ਵਾਰਦਾਤ ਜਿਹੜੀ ਹੈਗੀ ਹੈ ਜਿਹੜੀ ਕੋਟਕਪੂਰੇ ਹੋਣੀ ਸੀ ਉਹ ਟਲ ਗਈ। ਇਹ ਕੋਟਕਪੂਰੇ ਨੂੰ ਬਿਲੋਂਗ ਕਰਦੇ ਨੇ ਤੇ ਇਹਨਾਂ ਤੇ ਕਾਫੀ FIRs ਵੀ ਹੈਗੀਆਂ। ਜਿਵੇਂ ਇੱਕ ਜਿਹੜਾ ਜਗਦੀਪ ਸਿੰਘ ਕਾਕਾ ਹੈ ਉਹ ਤੇ 7 ਪਰਚੇ ਹਜੇ ਤੱਕ ਸਾਡੇ ਸਾਹਮਣੇ ਆਏ ਹੈ, ਜਿਹਦੇ ਵਿੱਚ ਮੈਜੋਰਟੀ ਆਰਮਜ਼ ਐਕਟ ਦੇ 302 ਦੇ 307 ਦੇ ਲੜਾਈ ਝਗੜੇ ਦੇ ਸਾਰੇ ਉਸ ਟਾਈਪ ਦੇ ਪਰਚੇ ਹੈ। ਤੇ ਇੱਕ ਜਿਹੜਾ ਸੁਖਦੀਪ ਸਿੰਘ ਟੋਨੀ ਹੈ ਉਹਦੇ ਉੱਤੇ ਫਿਲਹਾਲ ਸਾਡੇ 4 ਪਰਚੇ ਸਾਹਮਣੇ ਆਏ ਹੈ। ਇਹਦੇ ਉੱਤੇ ਵੀ ਐਕਸਾਈਜ਼ ਐਕਟ, ਆਰਮਜ਼ ਐਕਟ, ਮਰਡਰ, ਇਹ ਸਾਰੇ ਜਿਹੜੇ ਹੈਗੇ ਪਰਚੇ ਯੂਪੀ ਤੇ ਪੰਜਾਬ ਦੋਨੋਂ ਜਗ੍ਹਾ ਦੇ ਵਿੱਚ ਇਹ ਦਰਜ ਪਰਚੇ ਹੈਗੇ। ਇਹ ਤਾਂ ਦੇਖਣ ਦਾ ਨਜ਼ਰੀਆ ਜੀ ਕਿ ਜਿਵੇਂ ਹੁਣ ਪੁਲਿਸ ਜਿਹੜੀ ਹੈਗੀ ਹੈ ਬਹੁਤ ਐਕਟਿਵ ਹੈ ਇਸ ਟਾਈਮ ਤੇ ਅਸੀਂ ਸਾਰੇ ਪੂਰੀ ਮਿਹਨਤ ਨਾਲ ਲੱਗੇ ਹੋਏ ਹਾਂ ਤੇ ਕੋਈ ਵੀ ਚਾਹੇ ਹਥਿਆਰ ਹੈ, ਚਾਹੇ ਡਰੱਗਸ ਹੈ, ਚਾਹੇ ਕਿਸੇ ਵੀ ਕਿਸਮ ਦੀ ਜਿਹੜੀ ਸਮੱਸਿਆ ਇਸ ਸੂਬੇ 'ਚ ਆਪਣੇ ਚੱਲਦੀ ਪਈ ਹੈ ਉਹਨੂੰ ਅਸੀਂ ਨਜਿੱਠ ਰਹੇ ਹਾਂ ਤੇ ਨਾਲ ਦੀ ਨਾਲ ਫੜ ਕੇ ਜਿਹੜੇ ਬੰਦੇ ਹੈਗੇ ਮਾੜੇ ਅਨਸਰ ਉਹਨਾਂ ਨੂੰ ਅੰਦਰ ਵੀ ਦੇ ਰਹੇ ਹਾਂ। ਇਹਨਾਂ ਦੀ ਬਿਹਾਈਂਡ ਦੀ ਸੀਨ ਕੌਣ ਹੈ ਜੀ? ਬਿਹਾਈਂਡ ਦੀ ਸੀਨ ਕਿਹੜੇ ਬੰਦੇ? ਇਹਦੇ ਵਿੱਚ ਜਿਹੜੇ ਆ ਦੱਸੇ ਤੁਹਾਨੂੰ ਕਾਕਾ ਤੇ ਟੋਨੀ ਇਹ ਬਿਹਾਈਂਡ ਦੀ ਸੀਨ ਨੇ। ਇਹ ਕੋਟਕਪੂਰੇ ਦੇ ਰਹਿਣ ਵਾਲੇ ਬੰਦੇ ਹੈ ਤੇ ਇਹਨਾਂ ਦੀ ਕੋਈ ਪਰਸਨਲੀ ਜਿਹੜੀ ਰਾਈਵਲਰੀ ਹੈਗੀ ਹੈ ਉੱਥੇ ਕੋਟਕਪੂਰੇ ਦੇ ਵਿੱਚ ਉਸ ਨੂੰ ਸਿਰੇ ਲਾਉਣ ਲਈ ਇਹਨਾਂ ਨੇ ਇਹ ਕੀਤਾ ਜਾਪਦਾ ਹੈ।
ਪੰਜਾਬ ਪੁਲਿਸ ਮੁਖੀ ਡੀਜੀਪੀ ਵੀਕੇ ਭਾਵਰਾ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਮੋਹਾਲੀ ਧਮਾਕੇ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ। ਉਹਨਾਂ ਕਿਹਾ ਕਿ ਮੋਹਾਲੀ ਵਿੱਚ ਸਥਿਤ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਤੇ ਅੱਤਵਾਦੀ ਹਮਲਾ ਹੋਇਆ, ਜਿਸ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ BKI ਅਤੇ ਪੰਜਾਬ 'ਚ ਸਰਗਰਮ ਗੈਂਗਸਟਰ ਨੇ ਅੰਜਾਮ ਦਿੱਤਾ। ਡੀਜੀਪੀ ਨੇ ਕਿਹਾ ਕਿ ਹਮਲੇ ਦੀ ਸਾਜ਼ਿਸ਼ ਕੈਨੇਡਾ ਵਿੱਚ ਬੈਠੇ ਗੈਂਗਸਟਰ ਲਖਵੀਰ ਸਿੰਘ ਲੰਡਾ ਨੇ ਰਚੀ ਹੈ, ਜੋ 2017 ਵਿੱਚ ਕੈਨੇਡਾ ਚਲਾ ਗਿਆ ਸੀ। ਉਸਨੇ ਹੀ ਹਮਲਾਵਰਾਂ ਨੂੰ RPG AK-47 ਤੇ ਅਪਰਾਧੀਆਂ ਦੇ ਸਥਾਨਕ ਨੈਟਵਰਕ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ। ਉਹਨਾਂ ਕਿਹਾ ਕਿ ਲੰਡਾ ਪਾਕਿਸਤਾਨ ਆਧਾਰਿਤ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਨਜ਼ਦੀਕੀ ਸਾਥੀ ਹੈ, ਜਿਸ ਦੇ ਬੱਬਰ ਖਾਲਸਾ ਨਾਲ ਸੰਬੰਧ ਹਨ। ਡੀਜੀਪੀ ਵੀਕੇ ਭਾਵਰਾ ਨੇ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਵਿੱਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਹਾਲਾਂਕਿ ਰਾਕੇਟ ਦਾਗਣ ਵਾਲਾ ਮੁੱਖ ਹਮਲਾਵਰ ਅੱਜ ਤੱਕ ਪੰਜਾਬ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। दिन रात एक करके इस केस ਨੂੰ 3 दिन लगा के आज चौथे दिन ਅਸੀਂ बैठे हैं ये केस ट्रेस किया है। हाँ, केस ट्रेस किया है तो इसका मैं दसना चाहूँगा दैट मेन परसन ਜਿਹੜਾ की कॉन्स्पिरेटर कह सकते हैं, जिसने सारा कुछ लॉजिस्टिक ऑर्गेनाइज की है, वो हैगा लखवीर सिंह लांडा। लखवीर सिंह लांडा ये तरनतारन जिले का रहने वाला है। लांडा ये गैंगस्टर होंदा सी और 2017 ਦੇ ਵਿੱਚ ਕੈਨੇਡਾ शिफ्ट कर गया सी पुलिस का प्रेशर दे 2017 he shifted to Canada. He is a close associate of हरविंदर रिंदा, ਜਿਹੜਾ ਅਸੀਂ ਸਾਰੇ ਜਾਣਦੇ हैं that he is in the close proximity of Vadava Singh and Pak ISI, and he operates from Pakistan. So Rinda and Landa, this axis, so we can see that BKI and gangster, ये जगह एक्सेस है इन्होंने मिलके किया है, एंड ऑफ कोर्स विद द बैकिंग ऑफ पाक ISI. नाउ लांडा दे जड़े मेन एसोसीएट जो साढ़े नोटिस आए हैं, वन ऑफ देम इज़ निशान सिंह. निशान सिंह जड़ा है ये भी तरनतारन का रहने वाला है, और थोड़े दिन पहले इन्हों फरीदकोट पुलिस ने भी राउंड अप किया, अरेस्ट किया है. और एक आया है चड़त सिंह. चड़त सिंह ये भी तरनतारन का है. चड़त सिंह ये दोनों तरनतारन जिले के रहने वाले हैं. निशान सिंह ने इसके जोड़े मेन दो असी कह सकते हैं, दो जोड़े बंदे जोड़े आए सी जिन्होंने इंसीडेंट किया है, इन्हों सारी शेल्टर प्रोवाइड करने का काम, और खास करके मोस्टली अमृतसर इलाके ये निशान सिंह ने किया है. अपने घर भी ते नाल दो होर घरां दे विच भी, एक कंवर बाठ दे ते एक बलजीत कौर दे. कंवर बाठ एंड बलजीत कौर, ये नहीं, ये रिलेटिव नहीं है, ये अलग अलग हैं. ये सारे कॉन्टैक्ट हैं निशान सिंह दे, और निशान सिंह ने अपने घर भी रखा है इन्होंने, और कंवर बाठ दे भी रखा ते बलजीत कौर दे भी रखा. नाउ निशान सिंह ने ही इन्हों एक RPG एक लोकेशन ते इनू दसिया सीगा लांडा ने, उत्थों रिट्रीव करके इन बंदियां नू दित्ती, जो कि RPG बाद दे विच बरामद हुई है इंसीडेंट के बाद. निशान सिंह का बड़ा पिछोकड़ ये है, 14-15 केस हैं, अबाउट 12 केसेस उस दे विच इन्वॉल्व है, और फिलहाल जमानत पे है. अपार्ट फ्रॉम दीज 3, निशान सिंह, बलजीत कौर ते कंवर बाठ, एक जड़ा रोल आया है ये है बलजिंदर रैम्बो. ये भी तरनतारन का, एक्चुअली सारा जड़े नाम आ रहे हैं ये तरनतारन साइड के आ रहे हैं. बलजिंदर सिंह इनू रैम्बो भी कहते सी. हाँ,
तो ये रैम्बो ने एक AK-47 रिट्रीव करके जो इस दसिया सीगा निशान सिंह ने, फ्रॉम देयर ही टुक इट एंड देन हैंडेड ओवर टू चढ़त सिंह। बाबा बंदा सिंह बहादुर वालों सरहद फतेह करन उपरंत केसरी निशान साहब चला के मुगल हुकूमत दी जड़ां पुट दित्तियां गईयां हन। उत्थे उसे यादगार नूं उजागर करदे श्रोमणी गुरुद्वारा प्रबंधक कमेटी वालों सरहद फतेह दिवस मनाया जा रहा है, जिस तहत अज श्रोमणी गतका फेडरेशन ऑफ इंडिया के सहयोग नाल गतका मुकाबले करवाए गए। इस मौके बोलदे श्रोमणी कमेटी साबका प्रधान प्रोफैसर किरपाल सिंह बंडूगर ने कहा कि बाबा बंदा सिंह बहादुर ने श्री गुरु गोबिंद सिंह जी तो थापड़ा लेके मुगल सल्तनत का खात्मा खत्म करके सरहद इट नाल इट खड़काई ते पहला सिख राज कायम किया। खालसा वाहिगुरू फतेह। अज श्रोमणी गुरुद्वारा प्रबंधक कमेटी वालों श्री फतेहगढ़ साहब की पवित्र धरती से बाबा बंदा सिंह जी बहादुर के सरहद फतेह दिवस की याद में गतका मुकाबले करवाए जा रहे हैं। ये बहुत अच्छा उपराला है श्रोमणी गुरुद्वारा प्रबंधक कमेटी का। साडे गुरु हरगोबिंद पातशाह मेरी पीर मार्ग वालों ये गतके की परंपरा आरंभ की गई सी। खालसा पंथ उन्होंने राह का ही पंथ ही है जिहड़े राह गुरु साहिबान ने दिखाए। ये मैनूं बड़ी खुशी है कि असी उस परंपरा को कायम रखते हुए अज दे गत्ते मुकाबले करा रहे हैं। बड़े जोश नाल खालसाई जज्बे नाल और जो खालसाई परंपरा है उस तो पहरा दी हुई अज के गतका मुकाबले चाहिए। मैं उन्होंने जी भी कहना, उन्होंने धन्यवाद भी करदा, उन्होंने कामयाबी लई, उन्होंने चंगे भविख लई, चंगी सेहत लई, लंबी उम्र लई अरदास भी करदा। पातशाह किरपा करन जिन्हें वो पूरा जोश जज्बा वो किरत जी है उन्हें बख्शिश करन तां जो ये खालसा पंथ की इस जो परंपरावादी सारी खेड है वो हमेशा चमकदा रहे। तो मैं कहना जे अज जंगजू करतब दिखाए जा रहे स्टेज तो ਜਿਹੜੇ लोग साढ़े इतिहास ਨੂੰ ਮਖੌਲ ਕਰਦੇ ਨੇ कि चमकौर की गढ़ी 40 ਭੁੱਖੇ ਪਾਗਣੇ ਸਿੰਘ 10 ਲੱਖ ਦਾ ਕਿਵੇਂ ਮੁਕਾਬਲਾ ਕਰ ਜਿਹੜੇ ਮਖੌਲ ਕਰਦੇ ਨੇ ਕਿ ਖਤਰਾੜੇ ਦੀ ਢਾਬ ਸ੍ਰੀ ਮੁਕਤਸਰ ਸਾਹਿਬ ਵਿਖੇ ਕਿਸ ਤਰ੍ਹਾਂ ਉਹ ਚੰਦ ਗਿਣਤੀ 'ਚ ਐਡੀ ਵੱਡੀ ਫੌਜ ਦਾ ਮੁਕਾਬਲਾ ਕਰ ਸਕੇ। ਉਹ ਆ ਕੇ ਦੇਖ ਲੈਣ ਕਿ ਸਮਝ ਆ ਜਾਏਗੀ ਉਹਨੂੰ ਕਿ ਇਸ ਢੰਗ ਨਾਲ ਜਿਵੇਂ ਗੱਤਾ ਖੇਡਿਆ ਜਾ ਰਿਹਾ ਉਹਨਾਂ ਜੰਗਾਂ ਦੇ ਵਿੱਚ ਵੀ ਆਪਣੀ ਤਲਵਾਰ ਨਾਲ अपने खंडे नाल एक गतका खेडिया गया। हरियाणा में बिजली की कोई समस्या नहीं आ रही है क्योंकि 500 मेगावाट बिजली अडानी ग्रुप तो मिलनी शुरू हो गई। अगले हफ्ते 500 मेगावाट होर बिजली मिलने की उम्मीद है। इन्होंने गल्लां दा प्रगटावा मुख्यमंत्री हरियाणा श्री मनोहर लाल खट्टर ने किया। उन्होंने कहा कि 15 मई तो बाद भाखड़ा डैम तो भी बिजली मिलनी शुरू हो जाएगी। इन्होंने कहा कि दिल्ली नूं पूरी पानी की सप्लाई दे रहे हैं पर पंजाब हरियाणा नूं पानी नहीं दे रहा। आपकी जानकारी के लिए पिछले 2 दिन में कोई कट कहीं नहीं लगा है। अब चूँकि पोजीशन सारी सुधर रही है, हमें जो अडानी की पावर है वो भी मिलना शुरू हो गई है। थोड़ी खपत में भी कमी आई है मौसम के कारण से। गर्मी उतनी नहीं है जितनी आज से 10 दिन पहले गर्मी थी। अभी 1-2 दिन के बाद हमको भाखड़ा से अतिरिक्त जो पावर मिलती है 15 मई के आसपास मिलनी शुरू हो जाती है, वो मिलनी शुरू हो जाएगी और मुझे लगता है कि पावर की किसी प्रकार की कोई कठिनाई अब आके नहीं रहेगी। हाँ वो हो गया है, उसमें एक प्लांट उनका चल गया है, 500 मेगावाट हमको मिलना शुरू हो गया है। अगला जो प्रोजेक्ट है उनका जो प्लांट है वो और 4-5 दिन के बाद चलेगा। मुझे लगता है कि आने वाले और 8 दिन के अंदर वो 500 मेगावाट वो भी मिलना शुरू हो जाएगा। जो घटनाएं हैं बहुत चिंताजनक घटनाएं हैं। ये घटनाएं जो हुई हैं तो इसके कारण से स्वाभाविक है सुरक्षा की दृष्टि से हरियाणा भी हम लोग अपने नाते से जितनी तैयारी पूरी कर रहे हैं और हमारा पुलिस डिपार्टमेंट हमारे इंटेलिजेंस सब लगे हैं किसी प्रकार की कोई अनहोनी घटना ना हो जाए, ये हमारी पूरी सावधानी है और इसके लिए जो भी कोई व्यवस्थाएं करनी पड़ेंगी हम सब कराएंगे। बीते दिन मुख्यमंत्री पंजाब वालों पंजाब भर के डीसीज ਅਤੇ एसएसपीज ਨੂੰ बुला के नशे के खात्मे ਲਈ ਵਿਚਾਰਾਂ ਕੀਤੀਆਂ ਗਈਆਂ ਸਨ। ਉੱਥੇ ਹਰਕਤ ਵਿੱਚ ਆਈ ਪੁਲਿਸ ਨੇ ਜਿੱਥੇ 1 ਕਿਲੋ ਹੈਰੋਇਨ ਸਣੇ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ, ਉੱਥੇ ਰਾਏ ਸਿੰਘ ਭਵਨ ਵਿੱਚ ਨਸ਼ਾ ਕਰਦੇ ਮਰੀਜ਼ਾਂ ਨੂੰ ਕਾਬੂ ਕਰਕੇ ਇਲਾਜ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸਰਕਾਰੀ ਇਮਾਰਤ ਵਿੱਚ ਨਸ਼ਾ ਕਰਦੇ
ਵਿਅਕਤੀਆਂ ਨੂੰ ਕਾਬੂ ਕਰਨ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਉਕਤ ਲੋਕ ਉਸ ਗੋਲੀ ਦੀ ਨਸ਼ੇ ਵਜੋਂ ਵਰਤੋਂ ਕਰ ਰਹੇ ਸਨ ਜੋ ਸਰਕਾਰੀ ਹਸਪਤਾਲਾਂ ਵਿੱਚ ਨਸ਼ਾ ਛੁਡਾਉਣ ਲਈ ਦਿੱਤੀ ਜਾਂਦੀ। ਉਹਨਾਂ ਕਿਹਾ ਕਿ ਉਕਤ ਲੋਕ ਸਿਵਲ ਹਸਪਤਾਲ ਤੋਂ ਮਿਲਦੀ ਗੋਲੀ ਵਿੱਚ ਕੋਈ ਹੋਰ ਗੋਲੀ ਮਿਲਾ ਕੇ ਉਸ ਨੂੰ ਪਾਣੀ ਵਿੱਚ ਘੋਲ ਕੇ ਇੰਜੈਕਸ਼ਨ ਲਗਾ ਰਹੇ ਹਨ। ਉਹਦੇ ਵਿੱਚ ਏਵਲ ਪਾ ਕੇ ਤੇ ਗੋਲੀ ਪਾ ਕੇ। ਕਿੱਥੋਂ ਲਿਆਂਦਾ ਸੀ? ਸਿਵਲ ਹਸਪਤਾਲ। ਦੋਨੋਂ ਚੀਜ਼ਾਂ ਸਿਵਲ ਹਸਪਤਾਲ ਤੋਂ ਮਿਲੀਆਂ? ਹਾਂਜੀ। ਇੰਜੈਕਸ਼ਨ ਇੱਥੇ ਆ ਕੇ ਲਾ ਰਿਹਾ ਸੀ? ਇੰਜੈਕਸ਼ਨ ਵੀ ਉੱਥੋਂ ਮਿਲਦੇ ਨੇ। ਕਿੰਨੀ ਦੇਰ ਤੋਂ ਇੰਜੈਕਸ਼ਨ ਲਗਾ ਰਿਹਾ? ਹੋ ਗਿਆ ਕੜਕਾ 5 ਸਾਲ ਹੋ ਗਏ। ਕੰਮ ਕੀ ਕਰਦਾ? ਲੇਬਰ ਦਾ ਕੰਮ ਕਰਨਾ ਹੈ ਮੰਡੀ 'ਚ, ਸਬਜ਼ੀ ਮੰਡੀ 'ਚ। ਨਸ਼ੇ ਨਾਲ ਉੱਥੇ ਕੰਮ ਹੋ ਜਾਂਦਾ? ਆਲੂ ਲੂ ਧੋਈਦੇ ਨੇ ਸਟੋਰ ਦੇ ਠੰਡੇ। ਜੀ 2 ਮੁੰਡੇ ਇੰਜੈਕਸ਼ਨ ਲਗਾ ਰਹੇ ਸੀਗੇ ਜੀ। ਉਹਨਾਂ ਨੇ ਆਪਦਾ ਟੀਕਾ ਯਾਨੀ ਕਿ ਕਰ ਰਿਹਾ ਸੀ। ਅਸੀਂ ਫਲੱਸ਼ ਬੈਕ ਕੇ ਉੱਧਰੋਂ ਆਉਂਦੇ ਪਏ ਸੀ। ਠੀਕ ਹੈ ਜੀ। ਸਾਡੀ ਵੀ ਅਸੀਂ ਝੂਠ ਨਹੀਂ ਮਾਰਦੇ ਜੀ। ਸਾਡੀ ਮੈਡੀਸਨ ਯਾਨੀ ਕਿ OPD ਸੈਂਟਰ ਦੇ ਵਿੱਚ ਲੱਗੀ। ਉਹ ਪਹਿਲਾਂ 2 ਸੀਗੀਆਂ ਜੀ, ਹੁਣ ਉਹਨਾਂ 1 ਕਰ ਦਿੱਤੀ ਗਈ ਵੀ ਦਿਹਾੜੀ ਦੀ 1 ਗੋਲੀ ਖਾਈ ਦੀ ਹੈ ਜੀ ਅਤੇ ਬਸ ਮੰਡੀ ਸਬਜ਼ੀ ਮੰਡੀ 'ਚ ਕੰਮ ਕਰੀਦਾ ਜੀ। ਤੇ ਜਿਹੜਾ ਉੱਥੇ ਸੜਿਆ ਹੋਇਆ ਪ੍ਰੋਡਕਟ ਪਿਆ ਉਹ ਕੀ ਹੈਗਾ? ਉਹ ਜੀ ਜਿਹੜੇ ਮੁੰਡੇ 2 ਲਾਉਂਦੇ ਪਏ ਸੀ ਉਹਨਾਂ ਕੋਲੋਂ ਪੁੱਛੋ ਜੀ। ਇਹਨਾਂ ਉਹੀ ਯੂਜ਼ ਕਰ ਰਹੇ ਸੀਗੇ। ਅਸੀਂ ਤਾਂ ਖੜੇ ਹੀ ਸੀ, ਨਾ ਕਿਤੇ ਗਏ ਆ। ਜਨਾਬ ਆਏ, ਉਹਨਾਂ ਨੇ ਆ ਕੇ ਫੜ ਲਿਆ ਸੀ। ਉੱਥੇ ਖੜ ਗਏ ਜਨਾਬ, ਅਸੀਂ ਕਿਤੇ ਗਏ ਨਹੀਂ। ਕਾਹਦਾ ਨਸ਼ਾ ਕਰਦੇ? ਇਹ ਗੋਲੀ ਦਾ ਹੀ। ਪਹਿਲਾਂ ਚਿੱਟਾ ਪੀਂਦੇ ਰਹੇ, ਬਾਅਦ 'ਚ ਹੌਲੀ ਗੋਲੀ ਨਸ਼ਾ ਛੱਡਣ ਲਈ ਗੋਲੀ ਜਿਹੜਾ ਪੁਲਿਸ ਤੈਨੂੰ ਕੋਈ ਸਾੜਦੇ ਹੋਏ ਪੀਂਦੇ ਫੜਿਆ, ਉਹ ਕੀ ਚੀਜ਼ ਸਾੜ ਕੇ ਪੀਂਦਾ ਪਿਆ ਸੀ? ਉਹ ਕਿਵੇਂ ਕੀ ਹੁੰਦਾ ਕੀ ਹੈ? ਗੋਲੀ ਹੀ ਬੋਤਲ 'ਚ ਪਾ ਕੇ ਸਾੜ ਕੇ ਪੀਂਦਾ ਪਿਆ ਸੀ? ਹਾਂਜੀ। ਪਹਿਲਾਂ ਚਿੱਟਾ ਕਰਨਾ ਪੀਂਦਾ ਰਿਹਾ, ਕਿੱਥੋਂ ਮਿਲਦਾ? ਉਹ ਪਹਿਲਾਂ ਵੀ ਪੀਂਦੇ ਸੀ, ਉਹ ਫੜੇ ਗਏ ਸਾਰੇ ਉਹਨੇ ਇਸ ਕਰਕੇ ਚਿੱਟਾ ਕਿੱਥੋਂ ਮਿਲਦਾ ਸੀ ਜਿਹੜਾ ਚਿੱਟਾ ਪੀਂਦੇ ਸੀ? ਉਹ ਵਸਤੀਆਂ ਮਿਲਦਾ ਸੀ। ਕਿਹੜੀ ਵਸਤੂ? ਦਾਣਾ ਮੰਡੀ। ਅੱਜ ਵੀ ਵਿਕਦਾ ਉੱਥੇ? ਨਹੀਂ, ਹੁਣ ਨਹੀਂ ਵਿਕਦਾ ਜੀ। ਸਾਰੇ ਅੰਦਰ ਹੀ ਨੇ, ਮੁੰਨੇ ਰਹੇ ਵੇ ਸਾਰੇ ਅੰਦਰ ਹੀ ਨੇ। ਜਿਹੜੀ ਤੁਸੀਂ ਗੋਲੀ ਇੱਥੇ ਤੁਹਾਨੂੰ ਮਿਲਦੀ, ਕਿੰਨੇ ਦੀ ਗੋਲੀ ਮਿਲਦੀ ਹੈ? 50 ਰੁਪਏ ਦੀ। ਇਹ ਉਹੀ ਗੋਲੀ ਜਿਹੜੀ ਸਿਵਲ ਹਸਪਤਾਲ ਫ੍ਰੀ ਮਿਲਦੀ ਹੈ? ਹਾਂਜੀ। ਜਿਨ੍ਹਾਂ ਦੀ ਲੱਗੀ ਆ ਉਹ ਵੇਚ ਦਿੰਦੇ ਨੇ ਆਣ ਕੇ ਬਾਹਰ। ਜਿਹੜੇ ਉੱਥੋਂ ਲੱਗੀ ਲੈ ਕੇ ਉਹਨੂੰ ਤੁਹਾਨੂੰ ਆ ਕੇ ਬਾਹਰ ਵੇਚ ਦਿੰਦੇ? ਬਾਹਰ ਵੇਚ ਦਿੰਦੇ 50 ਰੁਪਏ ਦੀ ਗੋਲੀ। ਨਾ ਅਸੀਂ ਅੱਜ ਮੀਟਿੰਗ ਸੀ, ਉਹਦੇ ਵਿੱਚ ਇੱਕ ਸੀ ਕਿ ਨੌਜਵਾਨ ਨਸ਼ੇੜੀ ਨੇ ਜਿਹੜੇ ਰਾਏ ਸਿੰਘ ਭਵਨ ਹੈ ਜਿਹੜੀ ਖੰਡਰ ਬਣ ਚੁੱਕੀ ਹੈ, ਉੱਥੇ ਨਸ਼ਾ ਵਗੈਰਾ ਕਰਦੇ ਨੇ। ਤੇ ਇਸੇ ਤਰ੍ਹਾਂ ਅਸੀਂ ਕੱਲ੍ਹ 1 ਕਿਲੋ ਜਿਹੜੀ ਹੈਰੋਇਨ ਪਕੜੀ ਸੀਗੀ, ਉਹਦੇ ਸੰਬੰਧ 'ਚ ਜਿਹੜੀ ਪ੍ਰੈਸ ਸੀਗੀ ਕਾਨਫਰੰਸ ਹੋ ਰਹੀ ਸੀ। ਇਹ ਇੱਥੇ ਅਸੀਂ ਰੇਡ ਕੀਤੀ ਹੈ। ਨੌਜਵਾਨਾਂ ਬਾਰੇ ਪਤਾ ਲੱਗਾ ਵੀ ਐਡਿਕਟ ਨੇ, ਇਹ ਜਿਹੜਾ ਨਸ਼ਾ ਇੰਜੈਕਸ਼ਨ ਲਾ ਰਹੇ ਨੇ। ਇਹਨਾਂ ਨੂੰ ਅਸੀਂ ਇੱਥੇ ਰਾਉਂਡ ਅਪ ਕੀਤਾ ਹੈ। ਇਹਨਾਂ ਨੂੰ ਅਸੀਂ ਹੁਣ ਹਸਪੀਟਲ ਦਾਖਲ ਕਰਾਵਾਂਗੇ ਤੇ ਇਹਨਾਂ ਦਾ ਨਸ਼ਾ ਛੁਡਾਇਆ ਜਾਏਗਾ। ਸ਼੍ਰੀ ਮੁਕਤਸਰ ਸਾਹਿਬ ਦੇ ਵਾਸੀ ਰੂਪ ਸਿੰਘ ਸੰਧੂ ਦੀ ਧੀ ਦੀ ਇਹ ਮਾਨਮਤੀ ਪ੍ਰਾਪਤੀ ਹੈ। ਦੱਸਦੀ ਹੈ ਕਿ ਖੁਸ਼ਰੂਪ ਦੀ ਮਾਤਾ ਮਨਜੀਤ ਕੌਰ ਪਤਨੀ ਰੂਪ ਸਿੰਘ ਵੀ ਆਸਟ੍ਰੇਲੀਆ 에ਅਰ ਫੋਰਸ ਵਿੱਚ ਅਧਿਕਾਰੀ ਵਜੋਂ ਕੰਮ ਕਰ ਰਹੇ ਹਨ। ਪੰਜਾਬ ਦੀਆਂ ਪਹਿਲੀਆਂ ਮਾਂ ਤੇ ਧੀ ਹੋਣਗੀਆਂ ਜਿਨ੍ਹਾਂ ਨੂੰ ਆਸਟ੍ਰੇਲੀਆ ਦੀ 에ਅਰ ਫੋਰਸ ਵਿੱਚ ਅਧਿਕਾਰੀ ਵਜੋਂ ਸੇਵਾ ਕਰਨ ਦਾ ਮਾਣ ਮਿਲਿਆ ਹੈ। ਕੀ ਕਹੋਗੇ ਧੀ ਤੋਂ ਬਾਅਦ ਹੁਣ ਦੋਤੀ ਵੀ ਜਿਹੜੀ ਹੈਗੀ ਆ ਉੱਧਰ ਗਈ ਹੈ ਉਸੇ ਲਾਈਨ 'ਚ ਪੁਲਿਸ 'ਚ, ਕੀ ਕਹੋਗੇ ਕਿੰਨੀ ਕੁ ਖੁਸ਼ੀ ਹੋਈ? ਸਾਨੂੰ ਬਹੁਤ ਖੁਸ਼ੀ ਹੈ ਜੀ। ਸਾਡੀ ਬੇਟੀ ਨੇ ਬਹੁਤ ਮਿਹਨਤ ਕੀਤੀ ਤੇ ਇੱਥੋਂ ਤੱਕ ਪਹੁੰਚੇ। ਗਾਂ ਦੋਤੀ ਸਾਡੀ ਵੀ ਬਹੁਤ ਮਿਹਨਤ ਕੀਤੀ ਖੁਸ਼ਰੂਪ ਨੇ। ਫੋਨ ਤੇ ਗੱਲ ਹੋਈ? ਹਾਂਜੀ, ਫੋਨ ਤੇ ਗੱਲ ਹੋਈ, ਬਹੁਤ ਖੁਸ਼ੀ ਹੋਈ। ਤੇ ਅੱਜ ਕੱਲ੍ਹ ਧੀਆਂ ਨੂੰ ਕਹਿੰਦੇ ਕੁੱਖ 'ਚ ਹੀ ਮਾਰ ਦਿੰਦੇ, ਫਿਰ ਕੋਈ ਕੀ ਸੁਨੇਹਾ ਕੀ ਦਿਓਗੇ? ਨਾ ਜੀ, ਅਸੀਂ ਤਾਂ ਜਦੋਂ ਜਨਮ ਹੋਇਆ ਸੀ ਅਸੀਂ ਉਦੋਂ ਹੀ ਬਰਫੀ ਵੰਡੀ, ਬਹੁਤ ਖੁਸ਼ੀ ਕੀਤੀ। ਤੇ ਹੁਣ ਵੀ ਸਾਨੂੰ ਬਹੁਤ ਖੁਸ਼ੀ ਹੈ ਵੀ ਇੱਥੋਂ ਤੱਕ ਪਹੁੰਚੀਏ। ਸਾਨੂੰ ਪੁੱਤਰਾਂ ਤੇ ਧੀਆਂ 'ਚ ਕੋਈ ਫਰਕ ਨਹੀਂ, ਸਾਨੂੰ ਪੁੱਤਰਾਂ ਨਾਲ ਵੱਧ ਨੇ। ਕੀ ਨਾਮ ਆ, ਕੀ ਕਹੋਗੇ? ਨੂੰਹ ਤੇ ਪੋਤੀ ਦੋਵੇਂ ਪੁਲਿਸ 'ਚ ਗਈਆਂ, ਉਹ ਵੀ ਵਿਦੇਸ਼ 'ਚ। ਹਾਂਜੀ, ਬਹੁਤ ਖੁਸ਼ੀ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ। ਸਾਡੀ ਪਹਿਲਾਂ ਨੂੰਹ ਰਾਣੀ ਗਈ, ਉਹ ਵੀ ਸਮਝ ਲਓ ਵੀ ਬੇਟੀ ਸਾਡੀ। ਬਹੁਤ ਸਮਾਨ ਦਿੱਤਾ ਉਹਨਾਂ ਨੇ ਸਾਨੂੰ ਤੇ ਅਸੀਂ ਵੀ, ਤੇ ਉਹ ਗਏ ਪਹਿਲਾਂ। ਹੁਣ ਸਾਡੇ ਖੁਸ਼ਰੂਪ ਸਿੰਘ ਸੰਧੂ ਇਹ ਵੀ ਉਸੇ ਲਾਈਨ 'ਚ ਹੈਗੇ ਆ। ਸਾਨੂੰ ਬਹੁਤ ਖੁਸ਼ੀ ਹੋਈ ਹੈ। ਤੇ ਲੋਕਾਂ ਨੂੰ ਕੀ ਸੁਨੇਹਾ ਦਿਓਗੇ ਜੀ? ਲੋਕਾਂ ਨੂੰ ਸੁਨੇਹਾ ਦੇਵਾਂਗੇ ਬੱਚੀਆਂ ਨੂੰ ਵੀ ਪੜ੍ਹਾਓ, ਅੱਗੇ ਉੱਚੀਆਂ ਕਰੋ ਤੇ ਆਪਣੇ ਆਪ ਤਰੱਕੀਆਂ ਕਰਨਗੀਆਂ। ਬੱਚੀਆਂ ਕਰਦੀਆਂ ਤੇ ਬਹੁਤ। ਸਰ ਜੀ, ਮਨਜੀਤ ਹੋਰਾਂ ਨੇ ਪਹਿਲਾਂ 에ਅਰ ਫੋਰਸ ਦੇ ਵਿੱਚ ਉੱਥੇ ਕੀਤੀ ਪ੍ਰਾਪਤੀ। ਹਾਂਜੀ। ਹੁਣ ਕੀ ਪ੍ਰਾਪਤੀ ਹੈ, ਹੋਰ ਦੱਸੋਗੇ ਵਿਸਥਾਰ ਸੇ? ਹਾਂਜੀ, ਪਹਿਲਾਂ ਤਾਂ ਸਾਰੇ ਵੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਨਜੀਤ ਮੇਰੇ ਵੱਡੇ ਸਿਸਟਰ ਨੇ ਜੀ। ਉਹ 2009 ਦੇ ਵਿੱਚ ਆਸਟ੍ਰੇਲੀਆ ਸਟੱਡੀ ਵੀਜ਼ੇ 'ਤੇ ਗਏ ਸੀ ਐਂਡ ਉੱਥੇ ਜਾ ਕੇ ਉਹਨਾਂ ਨੇ ਆਪਣੀ ਪੜ੍ਹਾਈ ਕੀਤੀ। ਔਰ ਪੜ੍ਹਾਈ ਦੇ ਡਿਊਰੇਸ਼ਨ ਜਦੋਂ PR ਹੋਏ ਉਦੋਂ ਬੱਚੇ 2013 ਦੇ ਵਿੱਚ ਉਹਨਾਂ ਦੇ ਬੱਚੇ PR ਹੋ ਕੇ ਇੱਥੋਂ ਗਏ ਆਸਟ੍ਰੇਲੀਆ ਉਹਨਾਂ ਦੇ ਨਾਲ।
2013 ਦੇ ਵਿੱਚ ਬੱਚੇ ਇੱਥੋਂ ਜਦੋਂ ਗਏ ਉੱਥੇ ਉਹਨਾਂ ਨੇ ਆਪਣੀ ਸਟੱਡੀ ਸ਼ੁਰੂ ਕੀਤੀ। ਸਾਡੇ ਸਿਸਟਰ ਮਨਜੀਤ ਕੌਰ, ਭਾਜੀ ਸਰਦਾਰ ਰੂਪ ਸਿੰਘ ਜੀ ਅਤੇ ਬੱਚੇ 2 ਬੇਟੀਆਂ ਨੇ ਉਹਨਾਂ ਦੇ ਜੀ, ਨਵਰੂਪ ਕੌਰ ਅਤੇ ਖੁਸ਼ਰੂਪ ਕੌਰ। ਵੱਡੀ ਜਿਹੜੀ ਖੁਸ਼ਰੂਪ ਕੌਰ ਇਹਨੇ ਆਪਣੀ +2 ਦੀ ਜਦੋਂ ਸਟੱਡੀ ਕੰਪਲੀਟ ਕੀਤੀ, ਔਰ ਸਿਸਟਰ ਸਾਡੇ ਜਿਹੜੇ ਉਹ 2017 ਦੇ ਵਿੱਚ ਦਸੰਬਰ 2017 ਦੇ ਵਿੱਚ ਆਸਟ੍ਰੇਲੀਅਨ 에ਅਰ ਫੋਰਸ ਦੇ ਵਿੱਚ ਟ੍ਰੇਨਿੰਗ ਪਾਸ ਆਊਟ ਹੋਏ ਅਤੇ ਉਹਨਾਂ ਨੂੰ ਮੋਟੀਵੇਸ਼ਨ ਮਿਲੀ ਵੀ ਜੇ ਮੇਰੇ ਮਦਰ ਇਸ ਉਮਰ ਦੇ ਵਿੱਚ ਬੱਚਿਆਂ ਦੇ ਹੋਣ ਦੇ ਬਾਵਜੂਦ ਮਤਲਬ ਬੱਚੇ ਨਾਲ ਹੋ ਗਏ ਉਦੋਂ ਕਰ ਸਕਦੇ ਤਾਂ ਮੈਂ ਕਿਉਂ ਨਹੀਂ ਕਰ ਸਕਦੀ। ਉਹਨਾਂ ਨੂੰ ਘਰ ਤੋਂ ਮੋਟੀਵੇਸ਼ਨ ਮਿਲੀ, ਫਿਰ ਉਹਨਾਂ ਨੇ ਮਨ ਕੀਤਾ ਵੀ ਮੈਂ ਵੀ 에ਅਰ ਫੋਰਸ ਦੇ ਵਿੱਚ ਜਾਣਾ ਅਤੇ ਉਹਨਾਂ ਨੇ 10+2 ਦੀ ਜਦੋਂ ਸਟੱਡੀ ਕੰਪਲੀਟ ਕੀਤੀ ਦੈਨ ਉਹਨਾਂ ਨੇ ਨਾਲ ਟੈਸਟ ਦੀ ਤਿਆਰੀ ਸ਼ੁਰੂ ਕਰ ਦਿੱਤੀ। ਸਾਈਬਰ ਕ੍ਰਾਈਮ ਦਾ ਇੱਕ ਉਹਨਾਂ ਦਾ ਪਹਿਲਾਂ ਰਿਟਨ ਟੈਸਟ ਹੋਇਆ ਜੋ ਉਹਨਾਂ ਨੇ ਕਲੀਅਰ ਕੀਤਾ, ਫਿਰ ਇੱਕ ਇੰਟਰਵਿਊ ਹੋਈ, ਉਹਨਾਂ ਨੇ ਇੰਟਰਵਿਊ ਦੇ ਵਿੱਚੋਂ ਇੱਕ ਵਾਰੀ ਰਹਿ ਗਏ, ਦੁਬਾਰਾ ਇੰਟਰਵਿਊ ਹੋਈ, ਦੈਨ ਉਹਨਾਂ ਦਾ ਫਿਜ਼ੀਕਲ ਟੈਸਟ ਕੰਡਕਟ ਕੀਤਾ ਗਿਆ। ਉਹ ਟੈਸਟ ਕੰਪਲੀਟ ਕਰਨ ਤੋਂ ਬਾਅਦ, ਕਲੀਅਰ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਉੱਥੇ ਜੁਆਇਨਿੰਗ ਕਰਾਇਆ ਗਿਆ। ਨੂਰ ਮਹਿਲ ਦੇ ਤਰਵਨ ਚੌਂਕ ਤੇ ਸਥਿਤ ਵੈਸਟਰਨ ਯੂਨੀਅਨ ਦੀ ਦੁਕਾਨ ਵਿੱਚ ਲੁਟੇਰਿਆਂ ਨੇ ਹਮਲਾ ਕਰਕੇ ਕੈਸ਼ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਦੁਕਾਨਦਾਰ ਦਲੇਰੀ ਨੇ ਇਸ ਲੁੱਟ ਨੂੰ ਨਾਕਾਮ ਕਰ ਦਿੱਤਾ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਲੁਟੇਰੇ ਕਾਰ ਵਿੱਚ ਸਵਾਰ ਹੋ ਕੇ ਆਏ ਸਨ ਤੇ ਉਹਨਾਂ ਦੇ ਹੱਥਾਂ ਵਿੱਚ ਰਿਵਾਲਵਰ ਸੀ ਤੇ ਮੂੰਹ ਬੰਨੇ ਹੋਏ ਸਨ। ਬਹਰਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਤੁਹਾਡੇ ਲੁੱਟਖੋ ਦੀ ਇੱਕ ਘਟਨਾ ਹੁੰਦੀ ਬਚਾਅ ਹੋ ਗਿਆ। ਸਾਨੂੰ ਦੱਸੋ ਵੀ ਉਸ ਟਾਈਮ ਤੁਸੀਂ ਕੀ ਕਰਦੇ ਸੀ, ਕਿੰਨਾ ਸਮਾਂ ਸੀ? ਉਹ 1:30-2 ਦਾ ਟਾਈਮ ਸੀਗਾ ਜੀ। ਠੀਕ ਹੈ। ਤੇ ਮੈਂ ਇਕੱਲਾ ਹੀ ਬੈਠਾ ਹੋਇਆ ਸੀਗਾ। ਓਕੇ। ਤੇ ਉਹ 2 ਜਾਣੇ ਅੰਦਰ ਆਏ ਆ ਤੇ ਆਂਦੇ ਸਾਰੀ ਉਹਨਾਂ ਨੇ ਇੱਕ ਬੰਦੇ ਨੇ ਪਿਸਤੌਲ ਕੱਢ ਲਈ। ਓਕੇ। ਤੇ ਮੇਰੇ ਤਰਫ ਉਹਨਾਂ ਨੇ ਤਾਨ ਦਿੱਤੀ ਤੇ ਫਿਰ ਮੈਂ ਉੱਠ ਕੇ ਉਹਨਾਂ ਨਾਲ ਮੁਕਾਬਲਾ ਕੀਤਾ ਤੇ ਇੰਨੇ 'ਚ ਹੀ ਉਹ ਭੱਜ ਗਏ ਬਾਹਰ ਨੂੰ। ਫਿਰ ਉਹਨਾਂ ਦਾ ਫਿਰ ਪਿੱਛੇ ਦੀ ਅਸੀਂ ਹੋਏ ਉਹਨਾਂ ਨੂੰ ਫੜਨ ਵਾਸਤੇ, ਲੇਕਿਨ ਉਹ ਫਿਰ ਉਹਨਾਂ ਕਾਰ ਸੀਗੀ ਉਹਨਾਂ 'ਚ, ਕਾਰ ਦੇ ਵਿੱਚ ਭੱਜ ਗਏ ਉਹ। ਜਦੋਂ ਉਹ ਆਏ ਆ ਅੰਦਰ ਬੜੇ ਉਦੋਂ ਤੁਸੀਂ ਇਕੱਲੇ ਸੀਗੇ? ਮੈਂ ਇਕੱਲਾ ਹੀ ਸੀਗਾ ਜੀ ਅੰਦਰ। ਤੇ ਤੁਸੀਂ ਇੱਕ ਨੂੰ ਫੜਿਆ ਸੀ? ਨਹੀਂ, ਮੈਂ ਹੱਥ-ਪਾਈ ਜਦੋਂ ਕੀਤੀ ਨਾ ਉਹਨਾਂ ਨਾਲ ਤੇ ਉਦੋਂ ਫਿਰ ਬਾਹਰ ਨੂੰ ਉਹ ਭੱਜ ਗਏ। ਜਿਨ੍ਹਾਂ ਨੂੰ ਮੈਂ ਬਾਹਰ ਨੂੰ ਭੱਜਿਆ ਤੇ ਮੇਰਾ ਭਰਾ ਬੈਠਾ ਸੀ ਨਾਲ। ਤੁਸੀਂ ਉਹਨਾਂ ਦੇ ਮਗਰ ਭੱਜੇ? ਹਾਂ, ਮੇਰਾ ਭਰਾ ਵੀ ਸੀਗਾ, ਉਹ ਵੀ ਨਾਲ ਭੱਜਿਆ। ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਫੜ ਨਹੀਂ ਹੋ ਸਕੇ। ਅੱਛਾ। ਤੇ ਜਦੋਂ ਮੰਨ ਲਓ ਹੱਥੋਂ ਪਾਈ ਹੋਏ ਫਿਰ ਉਦੋਂ ਨਹੀਂ ਰਿਵਾਲਵਰ ਕੱਢਿਆ? ਹਾਂਜੀ, ਉਹਨਾਂ ਰਿਵਾਲਵਰ ਕੱਢਿਆ ਜੀ। ਤੇ ਮੁੰਡੇ ਮੋਨੇ ਸੀ ਜਾਂ ਮੋਨੇ ਸੀਗੇ ਦੋਨੇ ਜੀ। ਠੀਕ ਹੈ। ਕਿੰਨੀ ਕੁ ਉਮਰ ਦੇ ਹੋਣਗੇ? 35-40 ਸਾਲ ਦੇ ਵਿੱਚ ਜੀ। ਠੀਕ ਆ। ਤੇ ਜਦੋਂ ਫਿਰ ਤੁਸੀਂ ਰੌਲੀ ਪਾਈ ਕਿਉਂਕਿ ਤੁਸੀਂ ਚੌਂਕ ਦੇ ਵਿੱਚ ਬੈਠੇ ਹੋ, ਹਾਂਜੀ, ਆਲੇ ਦੁਆਲੇ ਦੁਕਾਨਦਾਰ ਵੀ ਆ, ਚੌਂਕ ਦੇ ਸਾਰੇ ਵਿੱਚ ਬਾਹਰ ਆ ਗਏ ਸੀਗੇ ਮੁੜ ਕੇ ਜੀ। ਫਿਰ ਤੇ ਉਹਨਾਂ ਨੇ ਕਿਸੇ ਨੇ ਫਿਰ ਮਗਰ ਨਹੀਂ ਭੱਜਣ ਦੀ ਕੋਸ਼ਿਸ਼ ਕੀਤੀ? ਉਹ ਕਾਰ 'ਚ ਸੀਗੇ ਨਾਲ ਹੀ, ਮਤਲਬ ਮਿੰਟ 2 ਮਿੰਟ ਦੇ ਵਿੱਚ ਸਾਰਾ ਕੁਝ ਹੋ ਗਿਆ ਜੀ। ਠੀਕ ਆ। ਇੱਕ ਉਹਨਾਂ ਕੋਲ ਰਿਵਾਲਵਰ ਸੀਗਾ, ਫਿਰ ਤਾਂ ਵੀ ਕੀ ਮਤਲਬ ਲੋਕੀ ਡਰ ਗਏ ਹੋਊਗੇ। ਠੀਕ ਆ। ਫਿਰ ਪੰਜਾਬ ਵਿੱਚ ਇੰਜ ਲੱਗ ਰਿਹਾ ਹੈ ਕਿ ਇੱਕ ਵਾਰੀ ਮੁੜ ਖਾਲਿਸਤਾਨ ਦਾ ਬੀਜ ਬੀਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਏ ਦਿਨ ਖਾਲਿਸਤਾਨ ਤੇ ਬਾਹਰੋਂ ਪੋਸਟਰ ਕੰਧਾਂ ਤੇ ਦੇਖਣ ਨੂੰ ਮਿਲਦੇ ਹਨ। ਅਜਿਹਾ ਕੁਝ ਦੇਖਣ ਨੂੰ ਮਿਲਿਆ ਫਰੀਦਕੋਟ ਵਿੱਚ, ਜਿੱਥੇ ਬਾਜੀਗਰ ਬਸਤੀ ਵਿੱਚ ਬਣੇ ਪਾਰਕ ਦੀਆਂ ਕੰਧਾਂ ਤੇ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਨਜ਼ਰ ਆਏ। ਸੋ ਦੇਖਦੇ ਸਾਰ ਹੀ ਪੁਲਿਸ ਹਰਕਤ ਵਿੱਚ ਆ ਗਈ ਤੇ ਸ਼ਹਿਰ ਵਿੱਚ ਸੁਰੱਖਿਆ ਬਣਾ ਦਿੱਤੀ ਗਈ। ਇਸ ਮਾਮਲੇ ਦੇ ਐਸਐਸਪੀ ਅਵਨੀਤ ਕੌਰ ਨੇ ਕਿਹਾ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਜਲਦੀ ਪੁਲਿਸ ਦੀ ਗਿਰਫਤ ਵਿੱਚ ਹੋਣਗੇ। ਪਾਰਕ ਵਿੱਚ ਦੀਵਾਰ ਦੇ ਉੱਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਏ ਸੀ, ਉਸ ਤੋਂ ਬਾਅਦ ਪੁਲਿਸ ਨੂੰ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ ਔਰ ਕਿਸ ਤਰ੍ਹਾਂ ਦੇਖਦੀ ਹੈ ਇਸ ਤਰ੍ਹਾਂ ਦੀਆਂ ਹਰਕਤਾਂ? ਸਾਡੀ ਜਿਹੜੀ ਟੀਮ ਹੈਗੀ ਹੈ ਜੀ ਲੱਗੀ ਹੋਈ ਹੈ, ਅਸੀਂ ਉਸ ਏਰੀਆ ਦੇ ਆਸ-ਪਾਸ ਵਾਲੇ ਔਰ ਉਸ ਦੇ ਨਾਲ ਲੱਗਦੇ ਸਾਰੇ ਏਰੀਆਜ਼ ਦੀ ਸੀਸੀਟੀਵੀ ਫੁਟੇਜ ਚੈੱਕ ਕਰਵਾ ਰਹੇ ਹਾਂ ਔਰ ਉੱਥੋਂ ਦਾ ਜੋ ਮੋਬਾਈਲ ਡੰਪ ਹੈ ਉਹ ਵੀ ਕਲੈਕਟ ਕੀਤਾ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਅਸੀਂ ਸ਼ਾਇਦ ਇਹਨੂੰ ਦੱਸ ਸਕੀਏ ਵੀ ਇਹ ਸ਼ਰਾਰਤ ਜਿਹੜੀ ਹੈਗੀ ਕਿਸ ਵੱਲੋਂ ਕੀਤੀ ਗਈ ਹੈ। ਸਾਡੀ ਟੀਮ ਜਿਹੜੀ ਹੈ ਪੂਰੀ ਲੱਗੀ ਹੋਈ ਹੈ ਔਰ ਇਸੇ ਵਿੱਚ ਅਸੀਂ FIR ਵੀ ਰਜਿਸਟਰ ਕਰਨ ਲੱਗੇ ਹਾਂ। ਮੈਨੂੰ ਕੁਝ ਨਾਕੇਬੰਦੀ ਜਾਂ ਕੁਝ ਚੈਕਿੰਗ ਵੀ ਵਧਾਈ ਗਈ ਸ਼ਹਿਰ ਵਿੱਚ? ਜੀ ਹਾਂ, ਬਿਲਕੁਲ ਨਾਕਾਬੰਦੀ ਅਸੀਂ ਰੂਟੀਨ ਵਿੱਚ ਵੀ ਕਰਦੇ ਹੈਗੇ ਹਾਂ, ਪਰ ਇਸ ਨੂੰ ਲੈ ਕੇ ਵੀ ਅਸੀਂ ਪੂਰੇ ਆਪਣੇ ਇਲਾਕਿਆਂ ਜਿਹੜੇ ਹੈਗੇ ਅਲਰਟ ਕੀਤੇ ਹੋਏ ਆ, ਕਿਉਂਕਿ ਕਈ ਵਾਰ ਕੋਈ ਹੁੰਦਾ ਵੀ ਸ਼ਰਾਰਤੀ ਬੰਦਾ ਬਾਹਰੋਂ ਆਇਆ ਹੁੰਦਾ, ਫਰੀਦਕੋਟ ਤੋਂ ਬਾਹਰੋਂ ਆਇਆ, ਤਾਂ ਉਹ ਵੀ ਅਸੀਂ ਪ੍ਰੋਪਰ ਜਿਹੜੀ ਹੈ ਚੈਕਿੰਗ ਕਰਵਾ ਰਹੇ। ਅਗਰ ਕਿਸੇ ਕੋਲ ਪੇਂਟ ਵਗੈਰਾ ਜਿਸ ਤਰ੍ਹਾਂ ਕੁਛ ਮਿਲਦਾ ਤਾਂ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਜਾਊਗੀ। ਭਾਈ ਕੀ ਨਾਂ ਹੈ ਤੁਹਾਡਾ ਤੇ ਇਹ ਜਿਹੜਾ ਪਾਰਕ ਦੀ ਦੀਵਾਰ ਤੇ ਖਾਲਿਸਤਾਨ ਲਿਖਿਆ ਹੋਇਆ ਹੈ ਇਹ ਕਦੋਂ ਦਾ ਲਿਖਿਆ ਹੋਇਆ? ਮੇਰਾ ਨਾਮ ਕਰਨ ਕੁਮਾਰ, ਨਗਰ ਕੌਂਸਲ ਜੇ ਸਫਾਈ ਸੇਵਕ ਜੇ। ਤੇ ਇਹ ਮੈਂ ਅੱਜ ਹੀ ਦੇਖਿਆ ਖਾਲਿਸਤਾਨ ਲਿਖਿਆ ਹੋਇਆ ਜਿਹੜਾ, ਤੇ ਪਹਿਲਾਂ ਤਾਂ ਨਹੀਂ ਲਿਖਿਆ ਹੋਇਆ ਸੀ ਇਹ। ਮੇਰੀ ਸਵੇਰ 7 ਵਜੇ ਤੋਂ ਲੈ ਕੇ 2 ਵਜੇ ਤੱਕ ਡਿਊਟੀ ਹੁੰਦੀ ਹੈ। ਰਾਤ ਨੂੰ ਕਿਸੇ ਕੋਲ ਡਿਊਟੀ ਨਹੀਂ ਹੁੰਦੀ? ਨਹੀਂ, ਰਾਤ ਨੂੰ ਕਿਸੇ ਦੀ ਨਹੀਂ ਕੋਈ ਡਿਊਟੀ। ਕਿਹੜਾ ਏਰੀਆ ਵਾਸਤਾ ਜਿਹੜਾ? ਇਹ ਬਾਜੀਗਰ ਬਸਤੀ। ਜਲੰਧਰ ਦੇ ਪ੍ਰੈਸ ਕਲੱਬ ਵਿੱਚ ਅੱਜ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਨੈਸ਼ਨਲ ਲੀਡਰ SS ਬਿੱਟਾ ਨੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਮੋਹਾਲੀ ਵਿੱਚ ਹੋਏ ਧਮਾਕੇ ਤੇ ਹਰਿਆਣਾ ਵਿੱਚ ਵੱਡੇ ਅੱਤਵਾਦੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਤਵਾਦ ਮੁੜ ਪੰਜਾਬ ਵਿੱਚ ਪੈਰ ਪਸਾਰਨ ਲੱਗ ਪਿਆ ਤੇ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਵਿੱਚ ਲੱਗੇ ਹੋਏ ਨੇ। ਉਹਨਾਂ ਨੇ ਗੁੱਤਪੰਥ
ਪੰਨੂ ਨੂੰ ਖੁੱਲੇ ਸ਼ਬਦਾਂ ਵਿੱਚ ਚੁਣੌਤੀ ਦਿੱਤੀ। पाकिस्तान के बीच में बैठे हुए यहाँ से भगोड़े आतंकवादी जो पाकिस्तान के टुकड़ों पे पलते हैं, सिख समाज से उनका कोई लेना देना है, सिर्फ दाढ़ी है और सिर पे पगड़ी है पाकिस्तान के एजेंट। उनको एक ही पूछना चाहता हूँ, जब महाराजा रणजीत सिंह जी का अपमान हुआ, उनके स्टैचू का अपमान हुआ, आपकी जमीर कहाँ थी? जब ननकाना साहब का अपमान हुआ, एक काफिर ने कहा नाम बदल देंगे, आपकी जमीर कहाँ थी? जब ग्रंथी साहब की बेटी को अगवा किया गया, आपकी जमीर कहाँ थी? जब कश्मीर के अंदर सिख समाज के 40 भाइयों का कत्लेआम कर दिया, आपकी जमीर कहाँ थी? जब अभी एक हेडमास्टर टीचर सिख समाज से मेरी बहन उसका कत्लेआम कर दिया, आपकी जमीर कहाँ थी? जब काबुल कंधार में गुरु ग्रंथ साहब विराजमान, बहनों भाइयों को, माताओं को, पिता को गोलियों से छाननी कर दिया गया, गुरु ग्रंथ साहब के विराजमान के सामने, आपकी जमीर कहाँ थी? क्या आपने बदला लिया? आगे पाकिस्तान के टुकड़ों पे यहाँ पे खालिस्तान बनाएंगे, तुम्हारी ऐसी की तैसी बनाई थी, फिर बनाएंगे। आओ, अरे पीठ के पीछे तो कोई भी वार करता, जाके वहाँ चला दिया जी असेंबली के अंदर खालिस्तान बनाएंगे। अरे पन्नू मेरे से बहस कर आके, चाइना का एजेंट, पाकिस्तान का एजेंट, मेरे से बहस कर, तेरी बहस से मैं हार जाऊं, या कभी आज के बाद प्रेस कॉन्फ्रेंस नहीं करूंगा। ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਹੋਟਲ ਦੀ ਇਮਾਰਤ ਡਿੱਗਣ ਦੇ ਮਾਮਲੇ ਵਿੱਚ ਹੁਣ ਕੁਝ ਪਹਿਲੂ ਸਾਹਮਣੇ ਆਏ ਹਨ ਤੇ ਜਿਸ ਹੋਟਲ ਦਾ ਨਿਰਮਾਣ ਚੱਲ ਰਿਹਾ ਉਸ ਹੋਟਲ ਦਾ ਮਾਲਕ ਸਾਹਮਣੇ ਆਇਆ। ਉਹਨਾਂ ਕਿਹਾ ਕਿ ਉਹਨਾਂ ਕੋਲ ਨਿਰਮਾਣ ਦੀ ਇਜਾਜ਼ਤ ਹੈ ਤੇ ਉਹ ਨਿਯਮਾਂ ਮੁਤਾਬਕ ਹੋਟਲ ਦਾ ਨਿਰਮਾਣ ਕਰ ਰਹੇ ਸਨ ਤੇ ਜਿਹੜੀ ਇਮਾਰਤ ਡਿੱਗੀ ਹੈ ਉਹ ਖਸਤਾ ਹਾਲਤ ਵਿੱਚ ਸੀ ਤੇ ਉਸਨੇ ਖੁਦ ਹੀ ਇਮਾਰਤ ਸੁੱਟੀ ਹੈ ਤੇ ਖੁਦ ਨਗਰ ਨਿਗਮ ਨੇ ਢਾਉਣ ਲਈ ਕਿਹਾ ਸੀ, ਪਰ ਇਮਾਰਤ ਕਿਸੇ ਹੋਰ ਤੇ ਡਿੱਗੀ ਹੈ, ਇਸ ਲਈ ਜਾਂਚ ਕਮੇਟੀ ਬਣਾਈ ਗਈ ਹੈ। 100-150 ਕਰੋੜ ਦੇ ਪ੍ਰੋਜੈਕਟ ਜਿਹੜੇ ਆ ਜਿਸ ਤਰ੍ਹਾਂ ਬਣਨ ਲੱਗਣ ਤੇ ਫਿਰ ਤੇ ਸਾਰਾ ਸਰਕਾਰ ਹੀ ਗਲਤ ਹੋ ਗਈ ਸਾਰੀ। ਇਹ ਇਨਵੈਸਟਰ ਪੰਜਾਬ ਦਾ ਪ੍ਰੋਜੈਕਟ ਹੈ, ਅਪਰੂਵਡ ਸਟੇਟ ਗਵਰਨਮੈਂਟ ਦਾ ਅਪਰੂਵਡ ਪ੍ਰੋਜੈਕਟ ਹੈ। ਇਹਦੇ ਲੈਂਡ ਯੂਜ਼ ਇਹਦੇ ਚੇਂਜ ਨੇ, ਨਕਸ਼ੇ ਦੇ ਪਾਸ ਨੇ, ਸੇਫਟੀ ਸਰਟੀਫਿਕੇਟ ਇਹਦੇ ਨੇ, ਫਾਇਰ ਸਰਟੀਫਿਕੇਟ ਇਹਦੇ ਨੇ, ਸਾਰੇ NOC ਨਾਲ ਲੱਗੇ। ਈਵਨ ਕੋਈ ਵੀ ਸਰਟੀਫਿਕੇਟ ਇੱਕ ਬੈਲੈਂਸ ਲੀਗਾ ਜਿਹਦਾ ਨਹੀਂ ਹੋਇਆ, ਸਾਰੇ ਨਕਸ਼ੇ ਪਾਸ ਨੇ, ਗਵਰਨਮੈਂਟ ਦੇ ਥਰੂ ਪਾਸ ਹੋਏ ਆ ਇਹਨਾਂ ਦੇ ਕੋਲੋਂ। ਤੇ ਇਹ ਤੇ ਵਿਚਾਰੇ 1000 ਗਜ ਤੋਂ ਨਹੀਂ ਕਰਦੇ, ਕਾਰਪੋਰੇਸ਼ਨ ਉਹ ਉੱਪਰ ਹੀ ਜਾਂਦਾ ਹੈ ਨਕਸ਼ਾ, ਉੱਪਰੋਂ ਹੀ ਹੋ ਕੇ ਉਹ ਫਿਰ ਮੌਕਾ ਟੱਕ ਕਰਕੇ ਫਿਰ ਬਣਦੀ ਹੈ। ਇਹ ਕੋਈ 200 ਗਜ ਦੇ ਉੱਤੇ ਥੋੜਾ ਏਡਾ ਵੱਡਾ ਹੋਟਲ ਬਣ ਗਿਆ, 1 ਏਕੜ ਜਗ੍ਹਾ ਤੇ ਹੋਟਲ ਬਣ ਰਿਹਾ। ਪਰ ਉਹਦੇ ਨਾਲ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੇਲ੍ਹਾਂ 'ਚ VIP ਕਲਚਰ ਤੇ ਇੱਕ ਹੋਰ ਹਮਲਾ ਕਰਦੇ ਹੋਏ ਹੁਣ ਜੇਲ੍ਹਾਂ 'ਚ VIP ਕਲਚਰ ਖਤਮ ਕਰਨ ਦਾ ਫੈਸਲਾ ਕੀਤਾ ਗਿਆ। ਪੰਜਾਬ ਦੀਆਂ ਜੇਲ੍ਹਾਂ 'ਚ VIP ਸੈੱਲ ਖਤਮ ਕਰ ਦਿੱਤੇ ਗਏ ਹਨ। ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਲਗਾਤਾਰ ਸਰਚ ਮੁਹਿੰਮ ਜਾਰੀ ਹੈ। ਹੁਣ ਤੱਕ 710 ਮੋਬਾਈਲ ਬਰਾਮਦ ਕੀਤੇ ਗਏ। ਉਹਨਾਂ ਕਿਹਾ ਕਿ ਹੁਣ ਜੇਲ੍ਹਾਂ ਅੰਦਰੋਂ ਕਾਲਾ ਧੰਦਾ ਨਹੀਂ ਚੱਲੇਗਾ ਤੇ ਸੁਧਾਰਕਾਰ ਹੁਣ ਅਸਲ 'ਚ ਅਪਰਾਧੀਆਂ ਦਾ ਸੁਧਾਰ ਕਰਨਗੇ। ਇਸ ਸੰਬੰਧੀ ਲਾਪਰਵਾਹੀ ਵਰਤਣ ਵਾਲੇ ਅਧਿਕਾਰੀ ਮੁਅੱਤਲ ਕੀਤੇ ਜਾਣਗੇ। ਦੋਸਤੋ, ਇਸ ਨਾਲ ਦੀਆਂ ਖਾਸ ਖਬਰਾਂ, ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਰੱਬ ਰਾਖਾ।